ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਅੱਜ ਦੀਆਂ ਉਹ ਗੱਲਾਂ ਬਾਤਾਂ ਜਿਨ੍ਹਾਂ ਬਾਰੇ ਕੈਨੇਡਾ ਦੇ ਵਿੱਚ ਸਾਰਾ ਦਿਨ ਚਰਚਾ ਹੁੰਦੀ ਰਹੀ ਹੈ, ਅਖਬਾਰਾਂ ਦੇ ਵਿੱਚ ਜਿਹੜੇ ਮੁੱਦੇ ਚਰਚਾ ਦਾ ਵਿਸ਼ਾ ਬਣੇ ਬੈ ਰਹੇ ਆ ਤੁਹਾਡੇ ਨਾਲ ਸਾਂਝੇ ਕਰਨ ਲਈ। ਰੂਸ ਦੇ ਯੂਕਰੇਨ ਉੱਤੇ ਹਮਲੇ ਦਾ ਪ੍ਰਭਾਵ ਪੂਰੀ ਦੁਨੀਆ ਦੇ ਉੱਤੇ ਪਿਆ। ਪੂਰੀ ਦੁਨੀਆ ਨੇ ਰੂਸ ਦੇ ਉੱਤੇ ਬਹੁਤ ਸਾਰੀਆਂ ਸੈਂਕਸ਼ਨਸ ਲਾਈਆਂ ਇਸ ਗੱਲ ਕਰਕੇ ਤਾਂ ਕਿ ਰੂਸ ਨੂੰ ਦੱਸਿਆ ਜਾ ਸਕੇ ਕਿ ਉਹਦਾ ਯੂਕਰੇਨ ਦੇ ਵਿੱਚ ਦਾਖਲ ਹੋ ਕੇ ਹਮਲਾ ਕਰਨ ਦਾ ਫੈਸਲਾ ਗਲਤ ਆ। ਯੂਰਪੀਅਨ ਯੂਨੀਅਨ ਨੇ, ਕੈਨੇਡਾ ਨੇ ਵੀ ਰੂਸ ਦੇ ਉੱਤੇ ਬਹੁਤ ਸਾਰੀਆਂ ਸੈਂਕਸ਼ਨਸ ਲਾਈਆਂ ਅਤੇ ਇਹ ਵੀ ਸੋਚਿਆ ਜਾ ਰਿਹਾ ਕਿ ਹੋਰ ਸੈਂਕਸ਼ਨਸ ਕਿੱਦਾਂ ਲਾਈਆਂ ਜਾਣ ਤਾਂ ਕਿ ਰੂਸ ਨੂੰ ਜ਼ਿਆਦਾ ਇਸ ਗੱਲ ਦਾ ਅਹਿਸਾਸ ਕਰਾਇਆ ਜਾ ਸਕੇ ਕਿ ਪੂਰੀ ਦੁਨੀਆ ਉਹਦੇ ਉਲਟ ਖੜੀ ਹੈ। ਜਿੱਥੇ ਇਹਦਾ ਅਸਰ ਰੂਸ ਦੇ ਉੱਤੇ ਵੀ ਹੋਇਆ, ਲੜਾਈ ਦੇ ਪੱਖ ਤੋਂ ਰੂਸ ਯੂਕਰੇਨ ਦੇ ਵਿੱਚ ਪਿੱਛੇ ਨਹੀਂ ਹਟ ਰਿਹਾ, ਕੁਛ ਥੋੜ੍ਹੀ ਜਿਹੀ ਦੂਰੀ ਦੇ ਉੱਤੋਂ ਉਹ ਉਹਨਾਂ ਦੀ ਰਾਜਧਾਨੀ ਤੋਂ ਪਿੱਛੇ ਰਹਿ ਗਿਆ ਆ। ਲਗਾਤਾਰ ਗੱਲਾਂ ਬਾਤਾਂ ਵੀ ਚੱਲ ਰਹੀਆਂ। ਰੂਸ ਦਾ ਲੱਕ ਵੀ ਟੁੱਟ ਗਿਆ ਦੱਸਦੇ, ਆਰਥਿਕਤਾ ਦੇ ਮਾਮਲੇ ਦੇ ਵਿੱਚ ਇੰਟਰਸਟ ਰੇਟ ਬਹੁਤ ਜ਼ਿਆਦਾ ਹੋ ਗਏ ਆ। ਰੂਸ ਦੁਨੀਆ ਦੇ ਕਿਸੇ ਹੋਰ ਦੇਸ਼ ਦੇ ਨਾਲ ਲੈਣ ਦੇਣ ਨਹੀਂ ਕਰ ਸਕਦਾ। ਉਹ ਵਿੱਤੀ ਸੰਸਥਾਵਾਂ ਨੇ ਉਹਦੇ ਉੱਤੇ ਪਾਬੰਦੀਆਂ ਲਾ ਦਿੱਤੀਆਂ। ਰੂਸ ਦੇ ਵਿੱਚ ਜਿਹੜਾ ਉਹਨਾਂ ਦਾ ਆਪਣਾ ਰੂਬਲ ਆ ਉਹਦੀ ਕੀਮਤ ਬਹੁਤ ਡਿੱਗ ਚੁੱਕੀ ਆ, ਹਾਹਾਕਾਰ ਲੋਕਾਂ ਦੇ ਵਿੱਚ ਮਚੀ ਆ। ਇਹ ਰੂਸ ਦੇ ਉੱਤੇ ਅਸਰ ਹੋ ਰਿਹਾ, ਪਰ ਰੂਸ ਦੇ ਉੱਤੇ ਲਾਈਆਂ ਪਾਬੰਦੀਆਂ ਦਾ ਅਸਰ ਦੁਨੀਆ ਦੇ ਬਾਕੀ ਦੇਸ਼ਾਂ ਦੇ ਵਿੱਚ ਵੀ ਹੋ ਰਿਹਾ, ਜਿਹਦੇ ਵਿੱਚ ਕੈਨੇਡਾ ਵੀ ਸ਼ਾਮਲ ਆ ਅਤੇ ਕੈਨੇਡਾ ਦਾ ਬ੍ਰਿਟਿਸ਼ ਕੋਲੰਬੀਆ ਵੀ ਸ਼ਾਮਲ ਆ। ਐਕਸਪਰਟ ਹੁਣ ਇਸ ਗੱਲਬਾਤ ਬਾਰੇ ਸੋਚ ਰਹੇ ਆ ਕਿ ਕਿਹਦੇ ਉੱਤੇ ਜ਼ਿਆਦਾ ਅਸਰ ਹੋ ਰਿਹਾ ਅਤੇ ਇਹ ਕੈਨੇਡਾ ਨੂੰ ਕਿੰਨਾ ਕੁ ਪ੍ਰਭਾਵਿਤ ਕਰੂਗਾ। ਜਿਹੜੀ ਕਾਸਟ ਆਫ ਲਿਵਿੰਗ ਆ ਕੈਨੇਡਾ ਦੀ, ਉਹ ਪਹਿਲਾਂ ਹੀ ਬਹੁਤ ਜ਼ਿਆਦਾ ਆ, ਚਾਹੇ ਉਹ ਪੈਂਡੈਮਿਕ ਉਹਦਾ ਕਾਰਨ ਸੀ, ਚਾਹੇ ਵਾਤਾਵਰਨ ਦੀ ਤਬਾਹੀ ਉਹਦਾ ਕਾਰਨ ਸੀ। ਰੂਸ ਦੇ ਉੱਤੇ ਪਾਬੰਦੀਆਂ ਲਾਉਣ ਦੇ ਨਾਲ ਇਹਦੇ ਵਿੱਚ ਹੋਰ ਵਾਧਾ ਹੋ ਰਿਹਾ, ਕਿਉਂਕਿ ਕਰੂਡ ਆਇਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ। ਕੱਚੇ ਤੇਲ ਦੀਆਂ ਕੀਮਤਾਂ ਪਹਿਲਾਂ ਬਹੁਤ ਜ਼ਿਆਦਾ ਸੀ। ਰੂਸ ਦੇ ਉੱਤੇ ਪਾਬੰਦੀਆਂ ਲਾਉਣ ਨਾਲ, ਉੱਥੇ ਨਾਲ ਲੈਣ ਦੇਣ ਬੰਦ ਕਰਨ ਦੇ ਨਾਲ ਇਹਦੀ ਕੀਮਤ ਦੇ ਵਿੱਚ ਵਾਧਾ ਹੋ ਗਿਆ, ਜਿਹੜਾ ਅਲਟੀਮੇਟਲੀ ਅਸਰ ਲੋਕਾਂ ਦੇ ਉੱਤੇ ਪੈ ਰਿਹਾ। ਜਿਹੜੀ ਵੀਟ ਸ਼ਾਰਟੇਜ ਆ ਦੱਸਦੇ, ਕਣਕ ਦੀ ਕਮੀ ਹੋ ਸਕਦੀ ਆ, ਅਤੇ ਜੇਕਰ ਕਣਕ ਦੀ ਕਮੀ ਹੋਊਗੀ ਤਾਂ ਕਣਕ ਤੋਂ ਬਣਨ ਵਾਲੀਆਂ ਬਾਕੀ ਚੀਜ਼ਾਂ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਜਾਣਾ। ਇਹ ਅਸਰ ਅਜੇ ਆਉਣ ਵਾਲੇ ਸਮੇਂ ਦੇ ਵਿੱਚ ਪੈਣਾ ਆ, ਸਿੱਧਾ ਅਸਰ, ਪਰ ਉਹਦਾ ਅਸਿੱਧਾ ਅਸਰ ਹੋਣੀ ਪੈਣਾ ਸ਼ੁਰੂ ਹੋ ਗਿਆ ਅਤੇ ਸਿੱਧੀ ਗੱਲ ਲੋਕਾਂ ਦੀਆਂ ਜੇਬਾਂ ਦੇ ਉੱਤੇ ਜ਼ਿਆਦਾ ਖਰਚੇ ਦਾ ਬੋਝ ਪੈ ਰਿਹਾ ਹੈ। ਰੂਸ ਨੇ ਯੂਕਰੇਨ ਦੇ ਵਿੱਚ ਦਾਖਲ ਹੋ ਗਿਆ, ਪ੍ਰੈਸ਼ਰ ਇਹਦੇ ਨਾਲ ਸਿੱਧਾ ਹੀ ਆਇਲ ਪ੍ਰਾਈਸਿਸ ਦੇ ਉੱਤੇ ਪੈ ਗਿਆ। ਕਰੂਡ ਆਇਲ ਦੀਆਂ ਕੀਮਤਾਂ ਵੱਧ ਗਈਆਂ। ਇੱਥੇ ਵੈਨਕੂਵਰ ਦੇ ਵਿੱਚ ਹੀ ਜਿਹੜਾ ਆਇਲ ਦਾ ਪ੍ਰਾਈਸ ਆ ਉਹ $1.8 ਤੱਕ ਪਹੁੰਚ ਚੁੱਕਿਆ ਆ, ਅਤੇ ਇਹ ਬੁੱਧਵਾਰ ਸਵੇਰ ਨੂੰ $1.8 ਤੱਕ ਪਹੁੰਚ ਗਿਆ। ਅਤੇ ਇਹ ਮਾਮਲਾ ਸਿਰਫ ਗ੍ਰੇਟਰ ਵੈਨਕੂਵਰ ਦਾ ਨਹੀਂ ਆ। ਕੁਛ ਲੋਕ ਜਿਹੜੇ ਐਬਸਫੋਰਡ ਦੇ ਵਿੱਚ ਜਾਂ ਮਿਸ਼ਨ ਦੇ ਵਿੱਚ ਰਹਿੰਦੇ ਆ, ਉਹਨਾਂ ਨੇ ਵੀ ਸੋਸ਼ਲ ਮੀਡੀਆ ਦੇ ਉੱਤੇ ਆਪਣਾ ਕੰਸਰਨ ਦੱਸਿਆ ਆ ਕਿ ਇੱਥੇ ਵੀ ਜਿੰਨੇ ਪ੍ਰਾਈਸਿਸ ਜਿਹੜੀਆਂ ਵਧੀਆਂ ਆ ਉਹ ਹੁਣ ਤੱਕ ਦਾ ਰਿਕਾਰਡ ਆ, ਔਰ ਲਗਾਤਾਰ ਇਹ ਵਧਦੀਆਂ ਜਾ ਰਹੀਆਂ ਅਤੇ ਲੋਅਰ ਮੇਨਲੈਂਡ ਤੋਂ ਬਾਹਰ ਵੀ ਕੀਮਤਾਂ ਵਿੱਚ ਵਾਧਾ ਹੋ ਰਿਹਾ। ਡਿਮਾਂਡ ਬਹੁਤ ਜ਼ਿਆਦਾ ਆ, ਸ਼ਾਰਟੇਜ ਸਪਲਾਈ ਦੀ ਹੈਗੀ ਆ, ਅਤੇ ਜਿਹਦੇ ਨਾਲ ਕੁਦਰਤੀ ਤੌਰ 'ਤੇ ਕੀਮਤਾਂ ਇਹਦੀਆਂ ਲਗਾਤਾਰ ਹਰ ਹਫ਼ਤੇ ਉੱਤੇ ਜਾ ਰਹੀਆਂ। ਦੂਜਾ ਜਿਹੜਾ ਇੰਪੋਰਟ ਰਸ਼ੀਆ ਤੋਂ ਕਰੂਡ ਆਇਲ ਕਰਦਾ ਆ ਕੈਨੇਡਾ, ਉਹਦੇ ਉੱਤੇ ਪਾਬੰਦੀ ਲਾ ਦਿੱਤੀ ਆ। ਜਸਟਿਨ ਟਰੂਡੋ ਹੋਰਾਂ ਨੇ ਅਨਾਊਂਸਮੈਂਟ ਕੀਤੀ ਸੀਗੀ ਕਿ ਸਾਰਾ ਕੁਛ ਉੱਥੇ ਦਾ ਜਿਹੜਾ ਉਹਨੂੰ ਕੱਟ ਕਰ ਦਿਓ। ਅਮਰੀਕਾ ਅਤੇ 30 ਹੋਰ ਜਿਹੜੀਆਂ ਅਲਾਈਡ ਕੰਟਰੀਜ਼ ਆ, ਉਹਨਾਂ ਨੇ ਇਹ ਕਿਹਾ ਸੀ ਕਿ 60 ਮਿਲੀਅਨ ਬੈਰਲ ਆਇਲ ਉਹ ਆਪਣੇ ਰਿਜ਼ਰਵ ਦੇ ਵਿੱਚੋਂ ਰਿਲੀਜ਼ ਕਰਨਗੇ ਤਾਂ ਕਿ ਇਹਨਾਂ ਕੀਮਤਾਂ ਨੂੰ ਕਾਬੂ ਦੇ ਵਿੱਚ ਰੱਖਿਆ ਜਾ ਸਕੇ, ਪਰ ਲੱਗਦਾ ਨਹੀਂ ਕਿ ਇਹ ਕਾਬੂ ਦੇ ਵਿੱਚ ਰਹਿਣਗੀਆਂ। ਜਦੋਂ ਕਰੂਡ ਆਇਲ ਦੀਆਂ ਕੀਮਤਾਂ ਵੱਧ ਰਹੀਆਂ ਤਾਂ ਉਹਦੇ ਨਾਲ ਗੈਸ ਪ੍ਰਾਈਸਿਸ ਅਤੇ ਹੋਰ ਬਾਕੀ ਕੀਮਤਾਂ ਦੇ ਵਿੱਚ ਵਾਧਾ ਕੁਦਰਤੀ ਆ। ਅਸੀਂ ਔਰ ਐਕਸਪਰਟ ਇਹ ਕਹਿ ਰਹੇ ਆ ਕਿ ਜਿਹੜਾ ਯੂਕਰੇਨ ਕ੍ਰਾਈਸਿਸ ਆਇਆ ਜਾਂ ਕੈਨੇਡਾ ਨੇ ਉਹਦੇ ਉੱਤੇ ਪਾਬੰਦੀਆਂ ਲਾਈਆਂ, ਇਹ ਬਹੁਤ ਮਾੜੇ ਸਮੇਂ ਦੇ ਵਿੱਚ ਲਾਈਆਂ ਅਤੇ ਬਹੁਤ ਮਾੜੇ ਸਮੇਂ ਦੇ ਵਿੱਚ ਇਹ ਸਾਰਾ ਕੁਛ ਵਾਪਰ ਰਿਹਾ, ਕਿਉਂਕਿ ਕੈਨੇਡਾ ਪਹਿਲਾਂ ਹੀ ਸੰਕਟ ਦੇ ਨਾਲ ਜੂਝ ਰਿਹਾ ਆ। ਜਿਹੜਾ ਐਗਰੀਕਲਚਰ ਸੈਕਟਰ ਆ, ਇਹਦੇ ਵਿੱਚ ਪਹਿਲਾਂ ਹੀ ਸਪਲਾਈ ਚੇਨ ਦੇ ਚੈਲੰਜਸ ਆਏ ਨੇ। ਸਮਾਨ ਪਹਿਲਾਂ ਹੀ ਨਹੀਂ ਸਟੋਰਾਂ ਤੱਕ ਪਹੁੰਚ ਰਿਹਾ, ਸ਼ੈਲਵਸ ਗਰੋਸਰੀ ਸਟੋਰਾਂ ਦੀਆਂ ਪਹਿਲਾਂ ਹੀ ਖਾਲੀ ਆ, ਅਤੇ ਉਹਦੇ ਤੋਂ ਬਾਅਦ ਇਸ ਲੜਾਈ ਤੋਂ ਪਹਿਲਾਂ ਹੀ ਜਿਹੜਾ ਗਰੋਸਰੀ ਦੀਆਂ ਕੀਮਤਾਂ ਉਹਦੇ ਵਿੱਚ ਭਾਰੀ ਵਾਧਾ ਹੋ ਚੁੱਕਿਆ। ਆਪਾਂ ਕਈ ਵਾਰੀ ਤੁਹਾਡੇ ਨਾਲ ਸਾਂਝਾ ਕਰ ਚੁੱਕੇ ਹਾਂ। ਅਤੇ ਹੁਣ ਇਹਦੇ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਜਿਹੜੀ ਵੀਟ ਆ, ਕਮਰਸ਼ੀਅਲ ਵੀਟ ਆ, ਉਹ ਵੀ $10 US ਤੋਂ ਜ਼ਿਆਦਾ ਉਹਦੀ ਕੀਮਤ ਹੋ ਚੁੱਕੀ ਆ। ਪਿਛਲੇ 14 ਸਾਲਾਂ ਦੇ ਵਿੱਚ ਸਭ ਤੋਂ ਵੱਧ ਕੀਮਤ ਇਸ ਵੇਲੇ ਦੱਸੀ ਜਾ ਰਹੀ ਹੈ। ਅਤੇ ਫਿਰ ਉਹਦੇ ਤੋਂ ਬਾਅਦ ਜਿਹੜਾ ਜੋ ਕੁਛ ਹੋਰ ਸੋਇਆਬੀਨ ਆ, ਮੱਕੀ ਆ, ਇਹਦੇ ਵਿੱਚ ਵੀ ਬਹੁਤ ਵੱਡਾ ਵਾਧਾ। ਯੂਕਰੇਨ ਦੇ ਵਿੱਚ ਮੱਕੀ ਬਹੁਤ ਪੈਦਾ ਹੁੰਦੀ ਹੈ। ਯੂਰਪ ਦਾ 25% ਕਾਰਨ ਉੱਥੋਂ ਆਉਂਦਾ ਆ। ਪੂਰੇ
ਦੁਨੀਆ ਦੇ ਵਿੱਚ ਇੱਕ ਵੱਡੀ ਪ੍ਰੋਡਕਸ਼ਨ ਉੱਥੋਂ ਆਉਂਦੀ ਆ। ਵੀਟ ਦੇ ਵਿੱਚ ਜੇਕਰ ਕਣਕ ਦੇ ਵਿੱਚ ਦੇਖਿਆ ਜਾਵੇ ਤਾਂ ਦੁਨੀਆ ਦੇ ਵਿੱਚ 9ਵੇਂ ਨੰਬਰ ਤੇ ਯੂਕਰੇਨ ਆ ਜਿਹੜਾ ਇਹਨੂੰ ਐਕਸਪੋਰਟ ਕਰਦਾ ਆ। ਤੇ ਜੇ ਇਹ ਸਾਰੇ ਕੁਛ ਦੇ ਨਾਲ ਅਸਰ ਸਾਰਿਆਂ ਦੇ ਉੱਤੇ ਪਿਆ ਤੇ ਬਲਦੀ ਦੇ ਉੱਤੇ ਜਿਹੜਾ ਤੇਲ ਉਹ ਇਸ ਗੱਲ ਕਰਕੇ ਪੈ ਰਿਹਾ ਕਿ ਜਿਹੜਾ ਫਰਟੀਲਾਈਜ਼ਰ ਆ ਉਹਦਾ ਵੀ ਸਭ ਤੋਂ ਵੱਡਾ ਪ੍ਰੋਡਿਊਸਰ ਉਹ ਯੂਕਰੇਨ ਆ। ਹੁਣ ਪਹਿਲਾਂ ਇਹਦੀ ਕੀਮਤਾਂ ਪ੍ਰੋਡਕਸ਼ਨ ਦੀਆਂ ਕੀਮਤਾਂ ਦੇ ਵਿੱਚ ਵਾਧਾ ਤੇ ਉਹਦੇ ਨਾਲ ਇਹਦੀਆਂ ਕੀਮਤਾਂ ਦੇ ਵਿੱਚ ਵਾਧਾ ਤੇ ਫਿਰ ਇਹ ਸਾਰਾ ਅਸਰ ਜਿਹੜਾ ਕੈਨੇਡਾ ਦੇ ਉੱਤੇ ਲੋਕਾਂ ਦੇ ਉੱਤੇ ਪੈ ਰਿਹਾ ਤੇ ਇਹ ਐਕਸਪਰਟ ਦੱਸ ਰਿਹਾ ਵੀ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਤਿਆਰ ਰਹੋ ਹੋਰ ਵੱਧ ਕੀਮਤਾਂ ਅਦਾ ਕਰਨ ਦੇ ਲਈ। ਐਵੀਡੈਂਸਿਸ ਇਸ ਵੇਲੇ ਸੁਜੈਸਟ ਕਰ ਰਹੇ ਆ ਕਿ ਕੈਨੇਡਾ ਦੇ ਵਿੱਚ ਇਹ 7% ਨੂੰ ਵੀ ਪਾਰ ਕਰ ਜਾਊਗਾ ਯੂਕਰੇਨ ਦੇ ਕ੍ਰਾਈਸਿਸ ਦੇ ਚਲਦੇ। ਬਹੁਤ ਸਾਰੀਆਂ ਸਪੈਕੂਲੇਸ਼ਨ ਇਹਦੇ ਬਾਰੇ ਕੀਤੀਆਂ ਜਾਂਦੀਆਂ ਸੀ ਕਿ ਬੈਂਕ ਆਫ ਕੈਨੇਡਾ ਦੇ ਇੰਟਰਸਟ ਰੇਟ ਦੇ ਡਿਸੀਜਨ ਦੇ ਉੱਤੇ ਯੂਕਰੇਨ ਦੇ ਕ੍ਰਾਈਸਿਸ ਦਾ ਅਸਰ ਪੈ ਸਕਦਾ, ਪਰ ਲੱਗਦਾ ਨਹੀਂ ਹੈ ਅਸਰ ਪਿਆ। ਅੱਜ ਇੰਟਰਸਟ ਰੇਟ ਵਧਾ ਦਿੱਤੇ ਗਏ, ਅੱਗੇ ਚੱਲ ਕੇ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ। ਸੋ ਇਸ ਵੇਲੇ ਜਿਹੜਾ ਸਭ ਤੋਂ ਵੱਡੀ ਚਿੰਤਾ ਵਾਲੀ ਗੱਲ, ਤੰਗ ਰੂਸ ਨੂੰ ਕੀਤਾ ਜਾ ਰਿਹਾ ਤਾਂ ਕਿ ਉਹਨੂੰ ਪਤਾ ਲੱਗੇ ਕਿ ਉਹਦਾ ਸਟੈਪ ਗਲਤ ਆ, ਪਰ ਉਹਨੂੰ ਤੰਗ ਕਰਨ ਦੇ ਨਾਲ ਬਾਕੀ ਦੁਨੀਆ ਨੂੰ ਵੀ ਤੰਗੀ ਝੱਲਣੀ ਪੈ ਰਹੀ ਆ, ਜਿਹਦੇ ਵਿੱਚ ਕੈਨੇਡਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੀਆਂ ਵੱਧ ਰਹੀਆਂ ਰੋਜ਼ਮਰਾ ਦੀਆਂ ਚੀਜ਼ਾਂ ਦੀਆਂ ਕੀਮਤਾਂ ਆ ਉਹ ਬਹੁਤ ਜ਼ਿਆਦਾ ਲੋਕਾਂ ਨੂੰ ਪਰੇਸ਼ਾਨ ਕਰ ਰਹੀਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕੀਮਤਾਂ ਹੋਰ ਜ਼ਿਆਦਾ ਵਧਣਗੀਆਂ। ਵੱਖ-ਵੱਖ ਸੈਕਟਰਸ ਦੇ ਵਿੱਚ ਇਹ ਲੋਕਾਂ ਦੀ ਜੇਬ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸਰ ਪਊਗਾ। ਇਸੇ ਕਰਕੇ ਦੁਨੀਆ ਚਾਹੁੰਦੀ ਸੀ ਕਿ ਇਹ ਜੰਗ ਨਾ ਲੱਗੇ, ਇਹ ਲੜਾਈ ਨਾ ਲੱਗੇ। ਇਹਦਾ ਅਸਰ ਸਿੱਧਾ ਰੂਸ ਤਾਂ ਯੂਕਰੇਨ ਦੇ ਉੱਤੇ ਹੀ ਨਹੀਂ ਪੈਣਾ, ਬਾਕੀ ਦੁਨੀਆ ਦੇ ਉੱਤੇ ਵੀ ਪੈਣਾ ਤੇ ਕੈਨੇਡਾ ਦੇ ਉੱਤੇ, ਆਮ ਲੋਕਾਂ ਦੇ ਉੱਤੇ ਜਦੋਂ ਗਰੋਸਰੀ ਖਰੀਦਣ ਜਾ ਰਹੇ ਆ ਜਾਂ ਕਾਰ ਦੇ ਵਿੱਚ ਗੈਸ ਪਾਉਣ ਜਾ ਰਹੇ ਆ, ਉਸ ਲੜਾਈ ਦਾ ਸਿੱਧਾ ਅਸਰ ਸਪਸ਼ਟ ਰੂਪ ਦੇ ਵਿੱਚ ਨਜ਼ਰ ਆ ਰਿਹਾ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਅਸਰ ਹੋਰ ਜ਼ਿਆਦਾ ਵਧਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਰੂਸ ਨੇ ਯੂਕਰੇਨ ਦੇ ਉੱਤੇ ਹਮਲਾ ਕੀਤਾ, ਇਹਦੇ ਬਾਰੇ ਵੱਖ-ਵੱਖ ਲੋਕਾਂ ਦੇ ਵੱਖ-ਵੱਖ ਵਿਚਾਰ ਨੇ, ਪਰ ਬਹੁਤ ਸਾਰੇ ਕੈਨੇਡੀਅਨ ਇਸ ਮਾਮਲੇ ਦੇ ਵਿੱਚ ਯੂਕਰੇਨ ਦੇ ਨਾਲ ਖੜੇ ਆ ਤੇ ਉਹ ਇਸ ਗੱਲ ਨੂੰ ਗਲਤ ਕਹਿ ਰਹੇ ਆ ਕਿ ਰੂਸ ਨੇ ਯੂਕਰੇਨ ਦੇ ਉੱਤੇ ਹਮਲਾ ਕਰਕੇ ਬਹੁਤ ਗਲਤ ਕੀਤਾ ਤੇ ਯੂਕਰੇਨ ਦੇ ਨਾਲ ਉਹ ਕਹਿੰਦੇ ਸਾਨੂੰ ਖੜੇ ਹੋਣਾ ਚਾਹੀਦਾ। ਕੁਝ ਲੋਕ ਸਰਕਾਰ ਦੀਆਂ ਪਾਲਿਸੀਜ਼ ਦੇ ਨਾਲ ਸਹਿਮਤ ਆ ਕਿ ਜੋ ਸਰਕਾਰ ਜਿਹੜੀਆਂ ਸੈਂਕਸ਼ਨਸ ਰੂਸ ਦੇ ਉੱਤੇ ਲਾ ਰਹੀ ਉਹ ਚੰਗੀਆਂ, ਤੇ ਕੁਝ ਲੋਕ ਅਸਹਿਮਤ ਨੇ। ਅਸਹਿਮਤ ਇਸ ਕਰਕੇ ਨੇ ਕਿ ਸੈਂਕਸ਼ਨਸ ਹੋਰ ਸਖਤ ਹੋਣੀਆਂ ਚਾਹੀਦੀਆਂ। ਜਿੱਦਾਂ ਅੱਜ NDP ਦੇ ਆਗੂ ਜਗਮੀਤ ਸਿੰਘ ਉਹਨਾਂ ਨੇ ਵੀ ਕਿਹਾ ਕਿ ਸਾਨੂੰ ਕੁਛ ਜ਼ਿਆਦਾ ਕਰਨਾ ਚਾਹੀਦਾ ਜਿਹਦੇ ਨਾਲ ਰੂਸ ਦੇ ਉੱਤੇ ਅਸਰ ਹੋਵੇ। ਕੱਲ੍ਹ ਸਾਡੇ ਡਿਪਟੀ ਪ੍ਰਾਈਮ ਮਿਨਿਸਟਰ ਨੇ ਵੀ ਕਿਹਾ ਸੀ ਕਿ ਅਸੀਂ ਹੋਰ ਇੱਦਾਂ ਦੀਆਂ ਸਟ੍ਰੈਟਜੀਜ਼ ਬਾਰੇ ਸੋਚ ਰਹੇ ਹਾਂ ਜਿਹਦੇ ਨਾਲ ਰੂਸ ਦੇ ਉੱਤੇ ਸਿੱਧਾ ਜ਼ਿਆਦਾ ਅਸਰ ਪਵੇ। ਕਿ ਪਾਬੰਦੀਆਂ ਤਾਂ ਲਾਗ ਦਿੱਤੀਆਂ, ਉਹਦੇ ਨਾਲ ਲੈਣ ਦੇਣ ਬੰਦ ਹੋ ਗਿਆ, ਹੋਰ ਸਾਰੀਆਂ ਚੀਜ਼ਾਂ ਦਾ ਆਦਾਨ ਪ੍ਰਦਾਨ, ਕਿ G7 ਦੇਸ਼ ਇਕੱਠੇ ਹੋ ਕੇ ਵੀ ਕੁਝ ਸੋਚਣ ਜਿਹਦਾ ਵੱਡਾ ਅਸਰ ਰੂਸ ਦੇ ਉੱਤੇ ਪਵੇ ਤੇ ਉਹਨੂੰ ਘੱਟੋ ਘੱਟ ਹਥਿਆਰ ਸੁੱਟਣ ਦੇ ਲਈ ਮਜਬੂਰ ਹੋਣਾ ਪੈ ਜਾਵੇ। ਕੈਨੇਡਾ ਦੇ ਵਿੱਚ ਇੱਕ ਪੋਲ ਕੀਤੀ ਗਈ ਹੈ, ਇੱਕ ਸਰਵੇ ਕੀਤਾ ਗਿਆ, 1500 ਲੋਕਾਂ ਕੋਲੋਂ ਪੁੱਛਿਆ ਗਿਆ ਕਿ ਤੁਸੀਂ ਇਹਦੇ ਬਾਰੇ ਕੀ ਸੋਚਦੇ ਆ, ਤਾਂ ਇਹਦੇ ਵਿੱਚੋਂ ਜਿਹੜੀਆਂ ਫਾਈਂਡਿੰਗਸ ਉਹਦੀਆਂ ਆਈਆਂ ਕਿ 91% ਲੋਕਾਂ ਨੇ ਰੂਸ ਦਾ ਵਿਰੋਧ ਕੀਤਾ, ਰੂਸ ਦੇ ਪ੍ਰੈਜ਼ੀਡੈਂਟ ਵਲਾਦੀਮੀਰ ਪੁਤਿਨ ਦਾ ਵਿਰੋਧ ਕੀਤਾ ਕਿਉਂਕਿ ਉਹਨੇ ਯੂਕਰੇਨ ਦੇ ਉੱਤੇ ਹਮਲਾ ਕੀਤਾ, ਤੇ ਇਹਨਾਂ 91% ਕੈਨੇਡਾ ਵਿੱਚ ਰਹਿਣ ਵਾਲੇ ਲੋਕਾਂ ਨੇ ਯੂਕਰੇਨ ਦੀ ਮਦਦ ਕੀਤੀ ਆ। ਕਈ ਰਿਜ਼ਲਟ ਇਸ ਪੋਲ ਦੇ ਵਿੱਚੋਂ ਸਾਹਮਣੇ ਆਏ ਆ। ਬਹੁਤ ਸਾਰੇ ਲੋਕ ਜਿਹੜੇ ਆ ਉਹ ਫੈਡਰਲ ਸਰਕਾਰ ਦੇ ਇਸ ਫੈਸਲੇ ਨੂੰ ਕਹਿੰਦੇ ਆ ਕਿ ਠੀਕ ਆ, ਉਹਨੇ ਠੀਕ ਕੀਤਾ, ਤੇ 40% ਲੋਕ ਕੈਨੇਡਾ ਦੇ ਵਿੱਚ ਇਹ ਕਹਿ ਰਹੇ ਆ ਕਿ ਕੈਨੇਡਾ ਸਰਕਾਰ ਨੇ ਯੂਕਰੇਨ ਦੇ ਨਾਲ ਖੜਨ ਦੇ ਲਈ ਓਨਾ ਕੁਛ ਨਹੀਂ ਕੀਤਾ ਜਿੰਨਾ ਕੁਛ ਇਹਨੂੰ ਕੀਤਾ ਜਾਣਾ ਚਾਹੀਦਾ ਸੀ। 80% ਤੋਂ ਜ਼ਿਆਦਾ ਲੋਕ ਇਹ ਕਹਿ ਰਹੇ ਆ ਕਿ ਸਾਨੂੰ ਜ਼ਿਆਦਾ ਸਪੋਰਟ ਕਰਨੀ ਚਾਹੀਦੀ ਆ ਯੂਕਰੇਨ ਦੀ ਇਸ ਮਾਮਲੇ ਦੇ ਵਿੱਚ, ਭਾਵ ਰੂਸ ਦੇ ਉੱਤੇ ਜ਼ਿਆਦਾ ਪਾਬੰਦੀਆਂ ਲਾਉਣੀਆਂ ਚਾਹੀਦੀਆਂ। ਕੈਨੇਡਾ ਨੇ 4000 ਯੂਕਰੇਨੀਅਨ ਇਮੀਗ੍ਰੇਸ਼ਨ ਨੂੰ ਅਪਰੂਵਲ ਵੀ ਦਿੱਤੀ ਹੈ ਪਿਛਲੇ ਦਿਨਾਂ ਦੇ ਵਿੱਚ। ਫੈਡਰਲ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਹੋਰ ਜ਼ਿਆਦਾ ਕੰਮ ਕਰ ਰਹੇ ਹਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜੇ ਵੀਜ਼ਾ ਦੇ ਪ੍ਰੋਸੈਸ ਆ ਉਹਦੇ ਵਿੱਚ ਕੋਈ ਨਾ ਕੋਈ ਹੋਰ ਸੋਧ ਕੀਤੀ ਜਾਵੇ ਤੇ ਉਹਨੂੰ ਠੀਕ ਕੀਤਾ ਜਾਵੇ। ਬਹੁਤ ਸਾਰੇ ਜਿਹੜੇ ਜ਼ਿਆਦਾਤਰ ਕੈਨੇਡੀਅਨ ਨੇ ਉਹ ਇਸ ਗੱਲ ਦੇ ਵਿੱਚ ਯਕੀਨ ਕਰਦੇ ਆ ਕਿ ਜਿਹੜਾ ਵਲਾਦੀਮੀਰ ਪੁਤਿਨ ਨੇ ਇਹ ਗੱਲ ਕਹੀ ਹੈ ਕਿ ਜੇ ਕਿਸੇ ਨੇ ਵੀ ਰੂਸ ਦੇ ਮਾਮਲੇ ਦੇ ਵਿੱਚ ਇੰਟਰਫੀਅਰ ਕੀਤਾ ਤਾਂ ਉਹਨੇ ਪਰਮਾਣੂ ਹਥਿਆਰ ਚਲਾ ਦੇਣੇ ਆ। ਜਿਹੜੇ ਬਹੁਤੇ ਕੈਨੇਡਾ ਦੇ ਵਿੱਚ ਰਹਿਣ ਵਾਲੇ ਲੋਕ ਆ ਉਹ ਇਸ ਗੱਲ ਦੇ ਉੱਤੇ ਯਕੀਨ ਕਰਦੇ ਆ ਕਿ ਉਹ ਠੀਕ ਕਹਿ ਰਿਹਾ। ਜੇ ਕੋਈ ਉਹਦੇ ਵਿੱਚ ਦਖਲਅੰਦਾਜ਼ੀ ਕਰੂਗਾ ਤੇ ਉਹ ਚਲਾ ਸਕਦਾ ਹਥਿਆਰ, ਉਹ ਇਹਦੀ ਗੱਲ ਨੂੰ ਮੰਨਦੇ ਆ ਵੀ ਉਹ ਠੀਕ ਆ। ਪਰ 2/3 ਹਿੱਸਾ ਰੂਸ ਦੇ ਪ੍ਰੈਜ਼ੀਡੈਂਟ ਦੀ ਇਸ ਧਮਕੀ ਨੂੰ ਸਿਰਫ ਇੱਕ ਸ਼ੋਸ਼ਾ ਕਹਿ ਰਿਹਾ ਵੀ ਜੋ ਮਰਜ਼ੀ ਹੋ ਜਾਵੇ, ਉਹ ਧਮਕੀ ਤਾਂ ਦੇ ਸਕਦਾ ਕਿ ਮੈਂ ਪਰਮਾਣੂ ਹਥਿਆਰਾਂ ਦੀ ਵਰਤੋਂ
ਕਰ ਲੂੰਗਾ, ਪਰ ਇਸ ਤਰ੍ਹਾਂ ਹੋਣਾ ਨਹੀਂ। ਉਹ ਪਰਮਾਣੂ ਹਥਿਆਰਾਂ ਦੀ ਵਰਤੋਂ ਨਹੀਂ ਕਰੂਗਾ। ਇਹ ਇੱਕ ਬਲਫ ਆ, ਇਹਦੇ ਤੋਂ ਵੱਧ ਕੁਝ ਵੀ ਨਹੀਂ ਆ। ਇਸ ਗੱਲ ਦੇ ਵਿੱਚ ਯਕੀਨ ਰੱਖਣ ਵਾਲੇ ਥੋੜ੍ਹੇ ਲੋਕ ਨੇ। ਜ਼ਿਆਦਾਤਰ ਕਹਿੰਦੇ ਵੀ ਜੇ ਉਹ ਕਹਿ ਰਿਹਾ ਤਾਂ ਉਹ ਗੱਲ ਸੱਚੀ ਆ, ਉਹ ਇੱਦਾਂ ਕਰ ਸਕਦਾ ਹੈ। ਪੋਲ ਦੇ ਵਿੱਚ ਹੋਰ ਵੀ ਬਹੁਤ ਸਾਰੇ ਗੱਲਬਾਤ ਸਾਹਮਣੇ ਆਏ ਆ ਕਿ ਜਿਹੜੀ ਬਹੁਤ ਸਾਰੇ ਲੋਕਾਂ ਨੇ ਪੋਲ ਦੇ ਵਿੱਚ ਇਹ ਵੀ ਮੰਨਿਆ ਕਿ ਜਿਹੜਾ ਰੂਸ ਤੇ ਯੂਕਰੇਨ ਦੀ ਆਪਸ ਦੇ ਵਿੱਚ ਲੜਾਈ ਆ, ਇਹ ਇੱਕ ਹੋਰ ਵਿਸ਼ਵ ਯੁੱਧ ਦੀ ਸ਼ੁਰੂਆਤ ਆ। ਇਹਦੇ ਨਾਲ ਗੱਲ ਇੱਥੇ ਖਤਮ ਨਹੀਂ ਹੋਣੀ, ਸਗੋਂ ਇੱਕ ਹੋਰ ਵਿਸ਼ਵ ਯੁੱਧ ਸ਼ੁਰੂ ਹੋ ਸਕਦਾ ਆ। ਜਿਹੜੇ 6 ਦੇ ਵਿੱਚੋਂ ਇੱਕ ਜਣਾ ਆ ਉਹ ਇਹ ਕਹਿ ਰਿਹਾ ਕਿ ਵਰਲਡ ਵਾਰ 3 ਇਹਦੇ ਨਾਲ ਸ਼ੁਰੂ ਹੋ ਜਾਣੀ ਆ। 63% ਕਹਿੰਦੇ ਆ ਕਿ ਇਹ ਜਿਹੜਾ ਕੈਨੇਡਾ ਨੂੰ ਇਹਦੇ ਵਿੱਚ ਜਿਹੜਾ 63% ਜਿਹੜੀ ਮੈਜੋਰਿਟੀ ਆ ਉਹ ਕਹਿ ਰਹੀ ਆ ਕਿ ਜਿਹੜਾ ਕੈਨੇਡਾ ਆ ਇਹਦੇ ਵਿੱਚ ਇਨਵੋਲਵ ਆਪਣੇ ਤਰੀਕੇ ਦੇ ਨਾਲ ਹੋਏਗਾ। ਹੁਣ ਬਹੁਤ ਸਾਰੇ ਰਿਸਪੋਂਡੈਂਟ ਇਹ ਕਹਿ ਰਹੇ ਕਿ ਜਿਹੜਾ ਮਿਲਟਰੀ ਦਾ ਐਕਸ਼ਨ ਆ ਕੈਨੇਡਾ ਦਾ, ਇਹ ਉੱਥੇ ਜ਼ਰੂਰੀ ਆ। ਮਿਲਟਰੀ ਉੱਥੇ ਜਾਣੀ ਚਾਹੀਦੀ ਆ। ਕਿਸੇ ਨਾ ਕਿਸੇ ਪੁਆਇੰਟ ਦੇ ਉੱਤੇ 36% ਕਹਿ ਰਹੇ ਆ ਕਿ ਜਿਹੜੀ ਮਿਲਟਰੀ ਇੰਟਰਵੈਂਸ਼ਨ ਆ ਇਹ ਹੋਰ ਤਰ੍ਹਾਂ ਦੀ ਜਿਹੜੀ ਕਨਫਲਿਕਟ ਪੈਦਾ ਕਰ ਸਕਦੀ ਆ। ਲੋਕ ਵੱਖ-ਵੱਖ ਰਾਵਾਂ ਰੱਖ ਰਹੇ ਆ। ਕੁਝ ਲੋਕ ਕਹਿੰਦੇ ਆ ਕਿ ਮਿਲਟਰੀ ਨੂੰ ਜਾਣਾ ਚਾਹੀਦਾ, ਉੱਥੇ ਸਪੋਰਟ ਕਰਨੀ ਚਾਹੀਦੀ ਆ ਜ਼ਿਆਦਾ, ਹੋਰ ਜ਼ਿਆਦਾ ਪਹਿਲੇ ਨਾਲੋਂ। ਕੁਝ ਲੋਕ ਕਹਿ ਰਹੇ ਕਿ ਇਹ ਨਹੀਂ ਹੋਣਾ ਚਾਹੀਦਾ, ਸਿਰਫ ਉੱਥੇ ਉਹਨਾਂ ਦੇ ਉੱਤੇ ਇਕਨੋਮਿਕ ਪਾਬੰਦੀਆਂ ਲਾਉਣੀਆਂ ਚਾਹੀਦੀਆਂ ਤੇ ਉਹਦੇ ਨਾਲ ਨਤੀਜੇ ਸਾਹਮਣੇ ਆਉਣਗੇ। ਕੁਝ ਲੋਕ ਜਿਹੜੇ ਕਹਿ ਰਹੇ ਆ ਕਿ ਫੋਰਸਸ ਭੇਜ ਦੇਣੀਆਂ ਚਾਹੀਦੀਆਂ ਤੇ ਕੁਝ ਜਿਹੜੀ ਆ ਇਹਦੇ ਵਿੱਚ ਰੋਕ ਪਾ ਰਹੇ ਆ। ਸੋ ਇਹ ਸਰਵੇ ਕੀਤਾ ਗਿਆ ਜਿਹਦੇ ਵਿੱਚ 67% ਕਹਿੰਦੇ ਆ ਕਿ ਜਿਹੜੀਆਂ ਕਰੰਟ ਸੈਂਕਸ਼ਨਸ ਇਸ ਵੇਲੇ ਉੱਥੇ ਲਾਈਆਂ ਆ ਉਹ ਜਿਹੜਾ ਰੂਸ ਦੇ ਅੰਦਰ ਹੀ ਵਿਦਰੋਹ ਪੈਦਾ ਕਰ ਸਕਦੇ ਆ ਪੁਤਿਨ ਦੇ ਖਿਲਾਫ। 67% ਕੈਨੇਡਾ 'ਚ ਰਹਿਣ ਵਾਲੇ ਲੋਕ ਇਸ ਤਰ੍ਹਾਂ ਸੋਚਦੇ ਆ ਵੀ ਠੀਕ ਆ, ਇਹਦੇ ਨਾਲ ਉਹਦੇ ਅੰਦਰ ਹੀ ਆਪਣੇ ਆਪ ਹੀ ਵਿਦਰੋਹ ਹੋ ਜਾਊਗਾ ਤੇ ਉੱਥੇ ਜਿਹੜਾ ਉਹਨੂੰ ਆਪਣੇ ਆਪ ਹੀ ਪਿੱਛੇ ਹਟਣਾ ਪਊਗਾ। ਸੋ ਕਿਉਂਕਿ ਉਹਨਾਂ ਦੀਆਂ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦੇ ਉੱਤੇ ਵੀ ਬੈਨ ਕੀਤਾ ਆ, ਬਹੁਤ ਸਾਰੇ ਕੈਨੇਡੀਅਨ ਇਹਦੀ ਵੀ ਸਪੋਰਟ ਕਰਦੇ ਆ। ਵੱਖ-ਵੱਖ ਲੋਕਾਂ ਦੇ ਇਸ ਮਾਮਲੇ ਬਾਰੇ ਵੱਖ-ਵੱਖ ਵਿਚਾਰ ਨੇ। ਇੱਕ ਪੋਲ ਦੇ ਵਿੱਚ 1500 ਦੇ ਕਰੀਬ ਕੈਨੇਡੀਅਨ ਦੇ ਉੱਤੇ ਇਹ ਸਰਵੇ ਕਰਕੇ ਕੁਝ ਨਤੀਜੇ ਲੱਭਣ ਦੀ ਕੋਸ਼ਿਸ਼ ਕੀਤੀ ਗਈ ਆ, ਜਿਹਦੇ ਵਿੱਚੋਂ ਪ੍ਰਮੁੱਖ ਗੱਲ ਇਹੀ ਸਾਹਮਣੇ ਆਉਂਦੀ ਆ ਕਿ ਲੋਕ ਮੈਜੋਰਿਟੀ ਦੇ ਵਿੱਚ 91% ਦੇ ਕਰੀਬ ਸਪੋਰਟ ਕਰ ਰਹੇ ਆ ਕਿ ਠੀਕ ਕੀਤਾ ਕੈਨੇਡਾ ਨੇ ਰੂਸ ਦੇ ਉੱਤੇ ਪਾਬੰਦੀਆਂ ਲਾ ਕੇ। ਇਹਨਾਂ ਦੇ ਵਿੱਚ ਥੋੜ੍ਹਾ ਬਹੁਤਾ ਫਰਕ ਇਸ ਗੱਲ ਦੇ ਵਿੱਚ ਆ ਕਿ ਕੁਝ ਲੋਕ ਕਹਿੰਦੇ ਆ ਕਿ ਪਾਬੰਦੀਆਂ ਹੋਰ ਸਖਤ ਹੋਣੀਆਂ ਚਾਹੀਦੀਆਂ ਤੇ ਕੁਝ ਲੋਕ ਕਹਿੰਦੇ ਆ ਪਾਬੰਦੀਆਂ ਠੀਕ ਨੇ। ਜਦੋਂ ਦਾ ਕੋਵਿਡ-19 ਸ਼ੁਰੂ ਹੋਇਆ ਤਾਂ ਸਭ ਤੋਂ ਵੱਧ ਅਸਰ 에ਅਰ ਟਰੈਵਲ ਦੇ ਉੱਤੇ ਪਿਆ ਸੀ। ਹਵਾਈ ਸਫ਼ਰ ਕਿਉਂਕਿ ਲਗਭਗ ਬੰਦ ਹੋ ਚੁੱਕਾ ਸੀ, ਇਸ ਇੰਡਸਟਰੀ ਦੇ ਉੱਤੇ ਬਹੁਤ ਵੱਡਾ ਅਸਰ ਪਿਆ। ਹੁਣ ਜਿੱਦਾਂ ਟਰੈਵਲ ਰੈਸਟ੍ਰਿਕਸ਼ਨਸ ਹਟ ਰਹੀਆਂ, ਇਹ ਇੰਡਸਟਰੀ ਉੱਪਰ ਉੱਠ ਰਹੀ ਆ ਤੇ ਏਅਰਲਾਈਨਸ ਦੇ ਵਿੱਚ ਕਈ ਤਰ੍ਹਾਂ ਦੀਆਂ ਚੇਂਜਸ ਦੇਖਣ ਨੂੰ ਮਿਲ ਰਹੀਆਂ। ਵੈਸਟਜੈਟ ਏਅਰਲਾਈਨ ਲਿਮਟਿਡ ਬਹੁਤ ਮਸ਼ਹੂਰ ਏਅਰਲਾਈਨ ਕੰਪਨੀ ਆ, ਇਹ ਸਨਵਿੰਗ ਏਅਰਲਾਈਨ ਇਨਕੋਰਪੋਰੇਸ਼ਨ ਨੂੰ ਅਕਵਾਇਰ ਕਰ ਰਹੀ ਹੈ, ਭਾਵ ਆਪਣੇ ਵਿੱਚ ਰਲਾ ਰਹੀ ਹੈ। ਸੋਰਸਸ ਤੋਂ ਇਹ ਜਾਣਕਾਰੀ ਮਿਲ ਰਹੀ ਆ ਤੇ ਜਿਸ ਤਰੀਕੇ ਦੇ ਨਾਲ ਕੈਨੇਡਾ ਦੇ ਜਿਹੜਾ ਟਰੈਵਲ ਮਾਰਕੀਟ ਆ ਉਹਦੇ ਵਿੱਚ ਜਿਸ ਕਿਸਮ ਦਾ ਮੁਕਾਬਲਾ ਇਸ ਵੇਲੇ ਹੋ ਰਿਹਾ, ਜਿਸ ਕਿਸਮ ਦੀ ਗਰਮੀ ਇਸ ਮਾਰਕੀਟ ਦੇ ਵਿੱਚ ਆ ਰਹੀ ਆ, ਤਾਂ ਉੱਥੇ ਕੁਝ ਨਾ ਕੁਝ ਇੱਧਰੋਂ ਉੱਧਰੋਂ ਮੂਵ ਸ਼ੁਰੂ ਹੋ ਗਏ ਆ, ਜਿਹਦੇ ਵਿੱਚੋਂ ਇੱਕ ਇਹ ਸਨਵਿੰਗ ਏਅਰਲਾਈਨ ਇਨਕੋਰਪੋਰੇਸ਼ਨ ਬਹੁਤ ਮਸ਼ਹੂਰ ਇਹ ਵੀ ਏਅਰਲਾਈਨ ਆ, ਇਹਨੂੰ ਵੈਸਟਜੈਟ ਏਅਰਲਾਈਨ ਲਿਮਟਿਡ ਅਕਵਾਇਰ ਕਰ ਰਿਹਾ, ਆਪਣੇ ਵਿੱਚ ਰਲਾ ਰਿਹਾ ਹੈ। ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਸਾਹਮਣੇ ਆਉਂਦੀਆਂ ਤਾਂ ਸਿੱਧੀ ਗੱਲ ਆ ਕਿ ਇਸ ਵੇਲੇ ਏਅਰ ਟਰੈਵਲ ਸ਼ੁਰੂ ਹੋ ਚੁੱਕਿਆ ਤੇ ਮਾਰਕੀਟ ਦੇ ਵਿੱਚ ਕਾਫੀ ਤਬਦੀਲੀ ਆ ਤੇ ਹੁਣ ਇਸ ਪਾਸੇ ਲੱਗਦਾ ਹੈ ਕਿ ਸਾਰਾ ਕੁਝ ਠੀਕ ਠਾਕ ਹੋ ਜਾਣਾ। ਔਰ ਇਹ ਚੀਜ਼ਾਂ ਇਸ ਗੱਲ ਦੇ ਵੀ ਕੁਝ ਇਹਨਾਂ ਚੀਜ਼ਾਂ ਤੋਂ ਲੱਭਿਆ ਜਾ ਸਕਦਾ ਹੁੰਦਾ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਕਿੱਦਾਂ ਦੇ ਹੋਣੇ ਆ। ਜੇ ਇਸ ਪਾਸੇ ਹਿਲਜੁਲ ਹੋ ਰਹੀ ਹੈ ਤਾਂ ਲੱਗਦਾ ਕਿ ਹਾਲਾਤ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆ ਹੋਰ ਜ਼ਿਆਦਾ ਚੰਗੇ ਹੋ ਜਾਣਗੇ। ਕ੍ਰਿਸਟਲ ਹਿੱਲ ਵਾਈਸ ਪ੍ਰੈਜ਼ੀਡੈਂਟ ਨੇ ਕਿਊਬ 4070 ਦੇ ਉਹ ਯੂਨੀਅਨ ਦੇ ਜਿਹੜੀ ਰਿਪਰੈਜ਼ੈਂਟ ਕਰਦੀ ਹੈ ਵੈਸਟਜੈਟ ਫਲਾਈਟ ਅਟੈਂਡੈਂਟਸ ਨੂੰ, ਉਹ ਕਹਿੰਦੇ ਆ ਕਿ ਜਿਹੜੀ ਇਨਫੋਰਮੇਸ਼ਨ ਇਹ ਆਈ ਆ ਕਿ ਪਰਚੇਜ਼ ਅਨਾਊਂਸਮੈਂਟ ਜਿਹੜੀ ਆ ਉਹ ਹੋ ਜਾਣੀ ਆ ਤੇ ਐਕੁਜ਼ੀਸ਼ਨ ਜਿਹੜੀ ਆ ਦੂਜੇ ਸੋਰਸਸ ਦੁਆਰਾ ਇਹ ਕਨਫਰਮ ਕਰ ਦਿੱਤੀ ਗਈ ਹੈ ਵੀ ਗੱਲ ਠੀਕ ਆ। ਟਰਮਸ ਇਹਦੀਆਂ ਅਨਕਲੀਅਰ ਆ ਕਿ ਕਿਹੜੀਆਂ ਟਰਮਸ ਦੇ ਉੱਤੇ ਇਹਨੂੰ ਅਕਵਾਇਰ ਕੀਤਾ ਗਿਆ ਆ, ਜਿਹੜੀ ਇਹਦੀ ਮੈਨੇਜਮੈਂਟ ਤੇ EMPLOYEES ਦੇ ਵਿੱਚ ਕੀ ਗੱਲਬਾਤ ਹੋਈ ਆ ਤੇ ਉਹਨਾਂ ਦੇ ਵਿੱਚ ਵੀ ਗੱਲਬਾਤ ਚੱਲ ਰਹੀ ਹੈ। ਵੈਸਟਜੈਟ ਏਅਰਲਾਈਨ ਜਿਹੜੀ ਕੈਲਗਰੀ ਬੇਸਡ ਆ ਉਹਦੇ ਵਿੱਚ ਦੱਸਦੇ ਆ ਕਿ ਅੱਜ ਅੱਗੇ ਮੀਟਿੰਗ ਦੇ ਵਿੱਚ ਹੋਰ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਉਣਗੀਆਂ। ਜਿਹੜੀਆਂ ਦੋਵੇਂ ਏਅਰਲਾਈਨਸ ਨੇ ਇਹ ਪ੍ਰਾਈਵੇਟ ਏਅਰਲਾਈਨਸ ਨੇ। ਟੋਰਾਂਟੋ ਬੇਸਡ ਸਨਵਿੰਗ ਆ, ਇਹਨੂੰ ਹੰਟਰ ਫੈਮਿਲੀ ਕੰਟਰੋਲ ਕਰਦੀ ਹੈ ਤੇ ਵੈਸਟਜੈਟ ਨੂੰ 1X ਕਾਰਪੋਰੇਸ਼ਨ ਨੇ ਪਰਚੇਸ ਕੀਤਾ ਸੀ 29 ਦੇ ਵਿੱਚ। ਇਹਦੇ ਨਾਲ ਵੈਸਟਜੈਟ ਏਅਰਲਾਈਨ ਦਾ ਜਿਹੜਾ
ਡੈਸਟੀਨੇਸ਼ਨਸ ਨੇ, ਕੁਝ ਯੂਰਪੀਅਨ ਸਿਟੀਜ਼ ਦੇ ਵਿੱਚ, ਕੁਝ ਹੋਰ ਥਾਵਾਂ ਦੇ ਉੱਤੇ ਵਿੱਚ ਕਾਫੀ ਵੱਧ ਜਾਣਗੇ ਤੇ ਉਹਨੂੰ ਬਹੁਤ ਵੱਡਾ ਫਾਇਦਾ ਹੋਊਗਾ। ਤੇ ਵੈਸਟਜੈਟ ਨੇ 15% ਆਪਣੀਆਂ ਫਲਾਈਟਸ ਕੱਟ ਕਰ ਦਿੱਤੀਆਂ ਸੀ ਜਨਵਰੀ ਦੇ ਵਿੱਚ, ਕਿਉਂਕਿ ਸਟਾਫ ਦੀ ਸ਼ਾਰਟੇਜ ਸੀ। ਸਟਾਫ ਨਹੀਂ ਮਿਲ ਰਿਹਾ, ਜਿਹੜਾ 에ਅਰਲਾਈਨ ਦੇ ਵਿੱਚ ਕ੍ਰਿਊ ਆ ਉਹ ਹੈ ਨਹੀਂ ਸੀ, ਇਸ ਕਰਕੇ ਉਹਨਾਂ ਨੇ ਇੰਨੀਆਂ ਫਲਾਈਟ ਘਟਾ ਦਿੱਤੀਆਂ ਸੀ। ਫੈਡਰਲ ਗਵਰਨਮੈਂਟ ਨੇ ਹੁਣ ਪਿਛਲੇ ਮਹੀਨੇ ਜਿਹੜੀ ਐਡਵਾਈਜ਼ਰੀ ਜਾਰੀ ਕੀਤੀ ਹੈ ਉਹਦੇ ਵਿੱਚ ਕਹਿ ਦਿੱਤਾ ਕਿ ਇੰਟਰਨੈਸ਼ਨਲ ਟਰੈਵਲ ਤੁਸੀਂ ਕਰ ਸਕਦੇ ਆ। ਬਹੁਤ ਸਾਰੀਆਂ 에ਅਰਲਾਈਨਸ ਹੁਣ ਦੁਬਾਰਾ ਹਾਇਰਿੰਗ ਸ਼ੁਰੂ ਕਰ ਦਿੱਤੀ ਹੈ ਤੇ ਉਹਦੇ ਵਿੱਚ ਵੀ ਬਹੁਤ ਸਾਰਾ ਸਕੋਪ ਆ। ਸਨਵਿੰਗ 에ਅਰਲਾਈਨ ਨੂੰ ਜੇਕਰ ਜਾਣਨਾ ਹੋਵੇ ਤਾਂ ਤੁਹਾਨੂੰ ਯਾਦ ਹੋਊਗਾ ਥੋੜ੍ਹਾ ਚਿਰ ਪਹਿਲਾਂ ਕੁਝ ਖਬਰਾਂ ਸਾਹਮਣੇ ਆਈਆਂ ਸੀ ਕਿ 30 ਦਸੰਬਰ ਨੂੰ ਕੈਨਕੂਨ ਦੇ ਲਈ ਇੱਕ ਫਲਾਈਟ ਗਈ ਸੀ, ਜਿਸ ਫਲਾਈਟ ਦੇ ਵਿੱਚ ਨਾ ਕਿਸੇ ਨੇ ਮਾਸਕ ਪਾਇਆ ਸੀ ਤੇ ਉਹ ਨੱਚ ਰਹੇ ਸੀ ਤੇ ਉਹਦੇ ਵਿੱਚ ਗਾ ਰਹੇ ਸੀ ਤੇ ਆਪਣੀਆਂ ਸੀਟਾਂ ਦੇ ਉੱਤੇ ਤੇ ਆਇਲ ਦੇ ਵਿੱਚ। ਤੇ ਜਿਹੜੀ ਫੈਡਰਲ ਟਰਾਂਸਪੋਰਟ ਮਿਨਿਸਟਰ ਓਮਰ ਅਲਗਾਬਰਾ ਆ, ਉਹਨਾਂ ਨੇ ਟਰਾਂਸਪੋਰਟ ਕੈਨੇਡਾ ਨੂੰ ਇਨਵੈਸਟੀਗੇਸ਼ਨ ਰਿਪੋਰਟਸ ਦੇ ਲਈ ਕਿਹਾ ਸੀ ਕਿ ਇਹ ਬਿਹੇਵੀਅਰ ਅਨਐਕਸੈਪਟੇਬਲ ਆ। ਉਹ ਸਨਵਿੰਗ 에ਅਰਲਾਈਨ ਨੂੰ ਵੈਸਟਜੈਟ ਆਪਣੇ ਵਿੱਚ ਰਲਾ ਰਹੀ। ਕਰੋਨਾ ਵਾਇਰਸ ਬਾਰੇ ਲੋਕਾਂ ਦੇ ਮਨਾਂ ਦੇ ਵਿੱਚ ਕਈ ਸਾਰੇ ਸਵਾਲ ਨੇ ਤੇ ਇੱਕ ਸਵਾਲ ਇਹ ਲੋਕਾਂ ਦੇ ਮਨਾਂ ਦੇ ਵਿੱਚ ਬਾਰ-ਬਾਰ ਉੱਠਦਾ ਕਿ ਜਿਹੜੀਆਂ ਜਿਹੜੀਆਂ ਪਾਬੰਦੀਆਂ ਲਾਈਆਂ ਜਾਂਦੀਆਂ, ਰੈਸਟ੍ਰਿਕਸ਼ਨਸ ਲਾਈਆਂ ਜਾਂਦੀਆਂ, ਇਹ ਸਾਇੰਸ ਬੇਸਡ ਹੁੰਦੀਆਂ ਜਾਂ ਇਹਨਾਂ ਦਾ ਬੇਸ ਪੋਲੀਟੀਕਲ ਹੁੰਦਾ? ਕੀ ਕੋਈ ਰਾਜਨੀਤਿਕ ਪਾਰਟੀ ਜਿਸ ਤਰੀਕੇ ਨਾਲ ਕਹਿੰਦੀ ਆ ਉਸ ਤਰੀਕੇ ਨਾਲ ਇਹ ਵਿਗਿਆਨੀ ਆ ਜਿਹੜੇ ਟੌਪ ਡਾਕਟਰ ਚੱਲਦੇ ਆ, ਜਾਂ ਜਿਸ ਤਰ੍ਹਾਂ ਡਾਕਟਰ ਕਹਿੰਦੇ ਆ ਵੀ ਹੁਣ ਮਾਸਕ ਲਾ ਦਿਓ, ਹੁਣ ਹਟਾ ਦਿਓ, ਹੁਣ ਇੰਨੇ ਦੀ ਗੈਦਰਿੰਗ ਕਰ ਦਿਓ, ਉਹਦੇ ਹਿਸਾਬ ਨਾਲ ਪੋਲੀਟੀਕਲ ਲੀਡਰ ਫੈਸਲੇ ਲੈਂਦੇ ਆ? ਇਹ ਸਵਾਲ ਲੋਕਾਂ ਦੇ ਮਨਾਂ ਦੇ ਵਿੱਚ ਵੀ ਆ ਤੇ ਇਹ ਜਿਹੜੀ ਪ੍ਰੈਸ ਬਰੀਫਿੰਗ ਕੱਲ੍ਹ ਹੋਈ ਆ ਮੰਗਲਵਾਰ 1 ਮਾਰਚ ਨੂੰ, ਉਹਦੇ ਵਿੱਚ BC ਦੇ ਟੌਪ ਡਾਕਟਰਸ ਨੂੰ ਇਹ ਸਵਾਲ ਕੀਤਾ ਗਿਆ। ਇਹ ਸਵਾਲ ਸਿੱਧਾ ਉੱਠਿਆ, ਹਾਲਾਂਕਿ ਜਵਾਬ ਇਹਦਾ ਉਹਨਾਂ ਕਲੀਅਰ ਨਹੀਂ ਸੀ। ਪ੍ਰੋਵਿੰਸ਼ੀਅਲ ਹੈਲਥ ਆਫਿਸਰ ਡਾਕਟਰ ਬੋਨੀ ਹੈਨਰੀ ਉਹਨਾਂ ਨੇ ਕਹਿੰਦੇ ਕਿ ਇਹ ਅਸਲ ਦੇ ਵਿੱਚ ਸਾਰਾ ਕੁਛ ਆ, ਇਹਦੇ ਵਿੱਚ ਬਹੁਤ ਕੁਝ ਦੇਖਣਾ ਪੈਂਦਾ। ਔਰ ਜਿਹੜੀ ਗੱਲ ਉਹਨਾਂ ਨੇ ਸਾਫ਼ ਕੀਤੀ ਆ ਕਿ ਇਹ ਪਿਓਰਲੀ ਸਾਇੰਸ ਬੇਸਡ ਹੁੰਦੀ ਹੈ, ਪਰ ਇਹਦੇ ਨਾਲ ਦੂਜੇ ਫੈਕਟਰਸ ਵੀ ਕੰਮ ਕਰਦੇ ਆ ਤੇ ਸਾਰਾ ਕੁਝ ਅਲਾਈਨਡ ਆ ਇੱਕ ਦੂਜੇ ਦੇ ਨਾਲ। ਜਿਹੜੀਆਂ ਡੇਟਸ ਆ, ਰੈਸਟ੍ਰਿਕਸ਼ਨਸ ਆ, ਕਿੱਦਾਂ ਉਹ ਲਾਉਣੀਆਂ ਆ, ਕਿੱਦਾਂ ਉਹ ਚੱਕਣੀਆਂ, ਔਰ ਉਹਦਾ ਬਾਕੀ ਕੈਨੇਡਾ ਦੇ ਨਾਲ ਵੀ ਹਿਸਾਬ ਕਿਤਾਬ ਦੇਖਦੇ ਆ, ਕਿਉਂਕਿ ਜਿਹੜੀ ਟਾਈਮਲਾਈਨ ਦਿੰਦੇ ਆ ਉਹਨਾਂ ਚੀਜ਼ਾਂ ਨੂੰ ਫਿਰ ਦੁਬਾਰਾ ਰਿਵਾਈਜ਼ ਕੀਤਾ ਆ ਤੇ ਬਾਕੀ ਪ੍ਰੋਵਿੰਸਿਸ ਦੇ ਵਿੱਚ ਜਿਸ ਤਰੀਕੇ ਨਾਲ ਫੈਸਲੇ ਲਏ ਜਾਂਦੇ ਆ ਉਹਦੇ ਆਧਾਰ ਦੇ ਉੱਤੇ ਵੀ ਇੱਕ ਪ੍ਰੋਵਿੰਸ ਆਪਣੇ ਫੈਸਲੇ ਲੈਂਦਾ ਆ। ਸੋ ਜਿਹੜੀ ਹੁਣ ਦੱਸਿਆ ਜਾ ਰਿਹਾ ਕਿ ਜਿਹੜੀ ਸਪਰਿੰਗ ਆ ਉਹ ਟ੍ਰਾਂਜੀਸ਼ਨ ਫੇਜ਼ ਆ, ਜਿਹਦੇ ਵਿੱਚ ਕਿ ਲੋਕ ਇੱਕ ਦੂਜੇ ਕੋਲ ਦੁਬਾਰਾ ਆ ਸਕਦੇ ਆ ਤੇ ਸਾਰਾ ਕੁਝ ਠੀਕ ਠਾਕ ਹੋ ਸਕਦਾ ਆ। ਜਦੋਂ ਕਿਸੇ ਪ੍ਰੋਵਿੰਸ ਦੇ ਵਿੱਚ ਇਲੈਕਸ਼ਨ ਹੁੰਦੀ ਆ ਉਸ ਵੇਲੇ ਸਵਾਲ ਹੋਰ ਵੀ ਵੱਡੇ ਹੋ ਜਾਂਦੇ ਆ। ਲੋਕ ਆਮ ਤੌਰ 'ਤੇ ਗੱਲਬਾਤ ਕਰਦੇ ਆ ਕਿ ਵੋਟਾਂ ਤੋਂ ਪਹਿਲਾਂ ਇਹ ਪਾਬੰਦੀਆਂ ਚੱਕ ਦਿੰਦੇ ਆ ਤੇ ਜਦੋਂ ਵੋਟਾਂ ਲੰਘ ਜਾਂਦੀਆਂ ਫਿਰ ਪਾਬੰਦੀਆਂ ਲੱਗ ਜਾਂਦੀਆਂ ਆ। ਇਹ ਫੈਸਲੇ ਕਿੰਨੇ ਕੁ ਪੋਲੀਟੀਕਲ ਨੇ, ਕਿੰਨੇ ਕੁ ਜਿਹੜੀ ਸਾਇੰਸ ਆ, ਲੋਕਾਂ ਦੇ ਮਨਾਂ ਵਿੱਚ ਸਵਾਲ ਜ਼ਰੂਰ ਨੇ, ਪਰ ਕੈਨੇਡਾ ਦੇ ਵਿੱਚ ਘੱਟੋ ਘੱਟ ਜਿਹੜੇ ਇਹ ਫੈਸਲੇ ਨੇ ਸਾਇੰਸ ਦੇ ਉੱਤੇ ਬੇਸਡ ਨੇ। ਇਹ ਡਾਕਟਰ ਇਹ ਆਪਣੇ ਪੱਧਰ ਦੇ ਉੱਤੇ ਫੈਸਲੇ ਲੈਂਦੇ ਆ ਜਿਹਦੇ ਅਨੁਸਾਰ ਫਿਰ ਲੋਕਾਂ ਨੂੰ ਕਾਨੂੰਨ ਨੂੰ ਚੱਲਣਾ ਪੈਂਦਾ। ਜਿੱਦਾਂ ਕੋਵਿਡ ਖਤਮ ਹੋ ਰਿਹਾ ਇਹਦੇ ਬਾਰੇ ਕਈ ਸਵਾਲ ਉੱਠ ਰਹੇ ਆ। ਇੱਕ ਸਵਾਲ ਇਹ ਉੱਠ ਰਿਹਾ ਕਿ ਕਈ ਲੋਕਾਂ ਨੂੰ ਕੋਵਿਡ ਹੋਇਆ ਹੀ ਨਹੀਂ, ਇਹਦਾ ਕੀ ਕਾਰਨ ਸੀ? ਬਹੁਤ ਸਾਰੇ ਲੋਕਾਂ ਨੂੰ ਇਹ ਸਾਰੇ ਸਮੇਂ ਦੇ ਦੌਰਾਨ ਉਹ ਬਾਹਰ ਵੀ ਜਾਂਦੇ ਰਹੇ ਆ, ਉਹ ਸਟੋਰਾਂ ਦੇ ਉੱਤੇ ਵੀ ਗਏ ਆ, ਉਹਨਾਂ ਨੇ ਕੰਮਕਾਰ ਵੀ ਕੀਤੇ ਆ, ਨੌਕਰੀਆਂ ਵੀ ਕੀਤੀਆਂ, ਪਰ ਉਹਨਾਂ ਨੂੰ ਕੋਵਿਡ ਨਹੀਂ ਹੋਇਆ। ਲੋਕਾਂ ਦਾ ਜਵਾਬ ਆਮ ਤੌਰ 'ਤੇ ਇਹ ਹੁੰਦਾ ਕਿ ਹੋ ਸਕਦਾ ਉਹਨਾਂ ਨੂੰ ਹੋਇਆ ਹੋਵੇ ਪਰ ਪਤਾ ਨਾ ਲੱਗਿਆ ਹੋਵੇ। ਪਰ ਕੁਛ ਰਿਸਰਚਸ ਇਹ ਦੱਸ ਰਹੀਆਂ, ਵਿਗਿਆਨੀ ਇਸ ਗੱਲ ਦੇ ਪਿੱਛੇ ਲੱਗੇ ਆ ਜਿਹੜੀਆਂ ਕਿ ਕੁਛ ਲੋਕਾਂ ਨੂੰ ਸੱਚੀ ਕੋਵਿਡ ਨਹੀਂ ਹੋਇਆ, ਮਤਲਬ ਉਹਨਾਂ ਦੇ ਟੈਸਟ ਵੀ ਕਰਦੇ ਰਹੇ ਆ ਉਹ, ਔਰ ਕੁਛ ਲੋਕਾਂ ਨੂੰ ਜਾਣਬੁੱਝ ਕੇ ਕੋਵਿਡ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਵੀ ਇਹਨਾਂ ਨੂੰ ਕੋਵਿਡ ਕਰਾਇਆ ਜਾਵੇ, ਪਰ ਉਹਨਾਂ ਨੂੰ ਫੇਰ ਵੀ ਨਹੀਂ ਹੋਇਆ। ਇੱਕ ਗਰੁੱਪ ਨੂੰ ਇਕੱਠੇ ਕਰਕੇ ਉਹਦੇ ਉੱਤੇ ਐਕਸਪੈਰੀਮੈਂਟ ਕੀਤਾ ਗਿਆ ਕਿ ਤੁਹਾਨੂੰ ਸਾਰਿਆਂ ਨੂੰ ਕੋਵਿਡ ਵਾਇਰਸ ਦੇ ਨਾਲ ਐਕਸਪੋਜ਼ ਕੀਤਾ ਜਾਵੇ, ਕੁਛ ਕੁ ਨੂੰ ਹੋ ਗਿਆ ਪਰ ਕੁਛ ਕੁ ਨੂੰ ਨਹੀਂ ਹੋਇਆ। ਹੁਣ ਜਿਹਨਾਂ ਨੂੰ ਨਹੀਂ ਹੋਇਆ ਉਹਨਾਂ ਨੂੰ ਕਿਉਂ ਨਹੀਂ ਹੋਇਆ? ਤੇ ਜੇ ਇਹ ਗੱਲ ਵਿਗਿਆਨੀਆਂ ਦੇ ਹੱਥ ਵਿੱਚ ਆ ਜਾਂਦੀ ਹੈ ਤਾਂ ਉਹਦੇ ਨਾਲ ਅਗਲੀਆਂ ਦਵਾਈਆਂ ਬਣਾਉਣ ਦੇ ਵਿੱਚ ਮਦਦ ਮਿਲ ਸਕਦੀ ਹੈ, ਇਹਦੀ ਵੈਕਸੀਨ ਜਾਂ ਕੋਈ ਹੋਰ ਦਵਾਈ ਬਣਾਉਣ ਦੇ ਵਿੱਚ ਮਦਦ ਮਿਲ ਸਕਦੀ ਹੈ ਕਿ ਇਹਨਾਂ ਲੋਕਾਂ ਦੇ ਵਿੱਚ ਕਿਹੜੀ ਇਹੋ ਜਿਹੀ ਚੀਜ਼ ਸੀਗੀ ਜਿਹਨੇ ਇਹਨਾਂ ਨੂੰ ਕੋਵਿਡ ਨਹੀਂ ਹੋਣ ਦਿੱਤਾ। ਜਿਹੜੇ ਕੁਛ ਸਟੂਡੈਂਟ ਸੀਗੇ ਅਮਰੀਕਾ ਦੇ ਵਿੱਚ, ਉਹਨਾਂ ਦੇ ਉੱਤੇ ਰਿਸਰਚ ਕੀਤੀ ਗਈ ਕਿ ਉਹਨਾਂ ਨੇ ਯੂਨੀਵਰਸਿਟੀ ਦੇ ਵਿੱਚ ਆਪਣੀ ਪੜ੍ਹਾਈ ਵੀ ਕੀਤੀ ਹੈ, ਸਾਰੇ ਲੈਕਚਰ ਵੀ ਅਟੈਂਡ ਕੀਤੇ ਆ ਤੇ ਉਹਨਾਂ ਨੂੰ ਕੋਵਿਡ ਹੋਇਆ ਨਹੀਂ ਹੈ। ਤੇ ਕੁਛ ਥਾਵਾਂ ਦੇ ਉੱਤੇ ਦੱਸਦੇ ਆ ਕਿ ਅਸੀਂ 3-4 ਵਾਰੀ ਜਾਣ ਬੁੱਝ ਕੇ ਆਪਣੇ ਆਪ ਨੂੰ ਐਕਸਪੋਜ਼ ਵੀ ਕੀਤਾ, ਕਿ ਜਾਣ ਬੁੱਝ ਕੇ ਕੁਛ ਜਿਹੜੀਆਂ ਵਰਲਡ ਦੇ ਜਿਹੜੇ ਕੁਛ ਪਹਿਲੇ ਕੋਵਿਡ-19 ਚੈਲੰਜਸ ਸੀਗੇ, ਟਰਾਇਲ ਸੀਗੇ, ਉਹਨਾਂ ਦੇ ਵਿੱਚ ਇਹਨਾਂ ਲੋਕਾਂ ਨੂੰ ਸ਼ਾਮਲ ਕੀਤਾ ਗਿਆ, ਜਿਹਦੇ ਵਿੱਚ ਜਾਣ ਬੁੱਝ ਕੇ ਉਹਨਾਂ ਦੇ ਨੱਕ ਦੇ ਵਿੱਚ ਵਾਇਰਸ ਪਾਇਆ ਗਿਆ ਤੇ ਉਹਦੇ ਨੱਕ ਨੂੰ ਕੁਛ ਚਿਰ ਬੰਦ ਰੱਖਿਆ ਗਿਆ ਤਾਂ ਕਿ ਇਹਨਾਂ ਨੂੰ ਕੋਵਿਡ ਹੋ ਜਾਵੇ। ਉਹਦੇ ਤੋਂ ਬਾਅਦ ਵੀ ਬਾਡੀ ਰਜਿਸਟ ਕਰ ਗਈ। ਔਰ ਇਸ ਚੀਜ਼ ਦੇ ਮਲਟੀਪਲ ਰਾਊਂਡਸ ਕੀਤੇ ਗਏ, ਟੈਸਟ ਦੇ ਵੱਖਰੇ ਵੱਖਰੇ ਮੈਥਡ ਯੂਜ਼ ਕੀਤੇ ਗਏ, ਥਰੋਟ ਸਵੈਬ, ਫਿਰ ਨੱਕ ਦੇ ਵਿੱਚੋਂ ਲੈਣਾ,
ਹੋਰ ਜਿਹੜੇ ਸਵੈਬ ਸੀਗੇ ਉਹ ਸਾਰੇ ਟੈਸਟ ਕਰਨ ਤੋਂ ਬਾਅਦ ਵੀ ਉਹਨਾਂ ਨੂੰ ਕੋਵਿਡ ਦੇ ਸਿੰਪਟਮ ਨਹੀਂ ਨਜ਼ਰ ਆਏ। ਹੁਣ ਇਹਦੇ ਤੋਂ ਬਾਅਦ ਕੀ ਕਾਰਨ ਸੀਗੇ ਕਿ ਜਿਹਦੇ ਕਰਕੇ ਸਾਰਾ ਕੁਝ ਨਹੀਂ ਹੋਇਆ? ਉਹ ਜਿਹੜੇ ਲੋਕਾਂ ਦੇ ਉੱਤੇ ਟੈਸਟ ਕੀਤੇ ਗਏ ਔਰ ਉਹਨਾਂ ਨੂੰ ਕੋਵਿਡ ਨਹੀਂ ਹੋਇਆ, ਉਹਨਾਂ ਦੇ ਘਰ ਦੇ ਉਹਨਾਂ ਨੂੰ ਇਹ ਦੱਸਦੇ ਆ ਕਿ ਸਾਨੂੰ ਕਦੇ ਵੀ ਫਲੂ ਨਹੀਂ ਹੋਇਆ। ਸੋ ਇਹ ਵੀ ਚੀਜ਼ ਲੱਭੀ ਜਾ ਰਹੀ ਹੈ ਵੀ ਕਿਤੇ ਇਹਦਾ ਕੋਈ ਜੈਨੇਟਿਕਸ ਦੇ ਨਾਲ ਸੰਬੰਧ ਤਾਂ ਨਹੀਂ ਕਿ ਪਿਤਾ ਪੁਰਖੀ ਚੀਜ਼ ਹੀ ਚੱਲੀ ਆਉਂਦੀ, ਕਿਸੇ ਵਿਅਕਤੀ ਦੇ ਅੰਦਰ ਉਹਦਾ ਇਮਿਊਨ ਸਿਸਟਮ ਹੀ ਇੰਨਾ ਸਟਰੋਂਗ ਆ ਕਿ ਉਹਦੇ ਵਿੱਚ ਨਹੀਂ ਹੋਇਆ। ਕਿਉਂਕਿ ਦੂਜੇ ਪਾਸੇ ਇੱਕ ਇਸ ਗੱਲ ਦੀ ਵੀ ਸੰਭਾਵਨਾ ਦੱਸੀ ਜਾ ਰਹੀ ਆ ਕਿ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਕਰੋਨਾ ਵਾਇਰਸ ਹੋਇਆ ਸੀ, ਕਿਉਂਕਿ ਇਹ ਕੋਵਿਡ-19 ਆ, ਕਰੋਨਾ ਵਾਇਰਸ ਦੀ ਇੱਕ ਕਿਸਮ ਆ। ਕਰੋਨਾ ਵਾਇਰਸ ਪਹਿਲਾਂ ਵੀ ਸੀਗਾ ਕਿ ਉਹ ਜਿਹੜਾ ਫਲੂ ਜਾਂ ਹੋਰ ਕੋਈ ਵਾਇਰਸ ਉਹਨਾਂ ਦੇ ਅੰਦਰ ਪਹਿਲਾਂ ਹੋ ਚੁੱਕਾ ਸੀ, ਉਸ ਵਾਇਰਸ ਨੂੰ ਉਹਨਾਂ ਦੇ ਸਰੀਰ ਨੇ ਯਾਦ ਰੱਖਿਆ ਤੇ ਉਹਨਾਂ ਦੇ ਸਰੀਰ ਦੇ ਵਿੱਚ ਜਿਹੜਾ ਉਹ ਇਮਿਊਨ ਸਿਸਟਮ ਪਹਿਲਾਂ ਹੀ ਸਟਰੋਂਗ ਸੀਗਾ, ਜਿਹਦੇ ਨਾਲ ਉਹਨਾਂ ਨੂੰ ਇਹ ਕੋਵਿਡ-19 ਨਹੀਂ ਹੋਇਆ। ਸੋ ਬਹੁਤ ਸਾਰੇ ਲੋਕ ਸੀਗੇ ਜਿਹੜੇ ਉਹ ਬਿਮਾਰ ਹੋਏ ਆ, ਕਈਆਂ ਨੂੰ ਸਿੰਪਟਮ ਹੋਏ ਆ, ਕਈਆਂ ਨੂੰ ਸਿੰਪਟਮ ਨਹੀਂ ਹੋਏ। ਹੁਣ ਡਰੱਗ ਡਿਵੈਲਪਮੈਂਟ ਦੇ ਵਿੱਚ ਇਸ ਚੀਜ਼ ਨੂੰ ਸਮਝਿਆ ਜਾ ਰਿਹਾ ਕਿ ਕਿਸੇ ਤਰ੍ਹਾਂ ਜਿਹੜਾ ਔਰ ਇੱਕ ਵਿਅਕਤੀ ਨਹੀਂ ਇਹਨਾਂ ਚੈਲੰਜ ਟਰਾਇਲ ਦੇ ਵਿੱਚ ਸੀਗਾ, 34 ਜਣਿਆਂ ਨੂੰ ਐਕਸਪੋਜ਼ ਕੀਤਾ, ਜਿਨ੍ਹਾਂ ਦੇ ਵਿੱਚੋਂ 16 ਨੂੰ ਇਨਫੈਕਸ਼ਨ ਹੋਈ ਨਹੀਂ ਤੇ ਜਿਹੜੇ ਉਹਨਾਂ ਦੇ ਬਾਅਦ ਦੇ ਵਿੱਚ PCR ਟੈਸਟ ਵੀ ਕੀਤੇ ਗਏ ਪਰ ਇਨਫੈਕਸ਼ਨ ਨਹੀਂ ਹੋਈ। ਸੋ ਇਹ ਇਮਿਊਨ ਸਿਸਟਮ ਦੀ ਇੱਕ ਰਿਫਲੈਕਸ਼ਨ ਤੇ ਇਸ ਗੱਲਬਾਤ ਦੇ ਉੱਤੇ ਖੋਜਬੀਨ ਕਿ ਸੱਚਮੁੱਚ ਜੇ ਕੁਝ ਲੋਕਾਂ ਨੂੰ ਇਹ ਕੋਵਿਡ-19 ਨਹੀਂ ਹੋ ਰਿਹਾ ਤਾਂ ਇਹਦੇ ਕੋਈ ਉਹਦੇ ਵਿੱਚ ਜਾਂ ਉਹਦਾ ਲੈਵਲ ਉਹਨਾਂ ਨਹੀਂ ਹੋ ਰਿਹਾ, ਜਾਂ ਜਿਹੜੀਆਂ ਐਂਟੀਬਾਡੀਜ਼ ਨੇ ਉਹਦਾ ਲੈਵਲ ਨਹੀਂ ਹੋ ਰਿਹਾ, ਉਹ ਟੈਸਟ ਦੇ ਵਿੱਚ ਨਹੀਂ ਆ ਰਿਹਾ, ਹੈਗਾ ਉਹਨਾਂ ਨੂੰ ਹੈਗਾ ਆ। ਇਹਦੇ ਬਾਰੇ ਬਹੁਤ ਸਾਰੀਆਂ ਜਿਹੜੀਆਂ ਸਟੱਡੀਜ਼ ਆ ਉਹ ਚੱਲ ਰਹੀਆਂ ਤੇ ਜਿੱਦਾਂ ਸਮਾਂ ਲੰਘਦਾ ਹੋ ਸਕਦਾ ਇਸ ਮਾਮਲੇ ਦੇ ਵਿੱਚ ਵਿਗਿਆਨੀ ਕੋਈ ਵੱਡੀ ਖੋਜ ਕਰ ਲੈਣ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਹੋਰ ਬਿਮਾਰੀਆਂ ਦੁਨੀਆ ਦੇ ਉੱਤੇ ਆਉਣੀਆਂ ਉਹਨਾਂ ਤੋਂ ਬਚਾਅ ਕੀਤਾ ਜਾ ਸਕੇ। ਕੈਨੇਡਾ, BC ਜਾਂ ਲੋਅਰ ਮੇਨਲੈਂਡ ਦੇ ਵਿੱਚ ਗੈਂਗ ਹਿੰਸਾ ਹਮੇਸ਼ਾ ਹੀ ਇੱਕ ਚਰਚਾ ਦਾ ਵਿਸ਼ਾ ਰਹੀ ਹੈ। ਪਿਛਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੀਆਂ ਵਾਰਦਾਤਾਂ ਸਰੀ ਤੇ ਦੇ ਆਲੇ ਦੁਆਲੇ ਹੋਈਆਂ, ਉਹਦੇ ਤੋਂ ਬਾਅਦ ਕਈ ਗੱਲਾਂ ਸਾਹਮਣੇ ਆਈਆਂ। ਇੱਕ ਗੱਲ ਬਹੁਤ ਸਪਸ਼ਟ ਰੂਪ ਵਿੱਚ ਸਾਹਮਣੇ ਆਈ ਆ ਕਿ ਇਸ ਵੇਲੇ ਜਿਹੜੀ ਇਹ ਗੈਂਗ ਹਿੰਸਾ ਹੋ ਰਹੀ ਹੈ ਜਾਂ ਜਿਹੜੇ ਗੈਂਗਸਟਰਸ ਨੇ ਜਾਂ ਜਿਹੜੇ ਇੱਥੇ ਗਰੁੱਪ ਨੇ, ਉਹਨਾਂ ਦਾ ਸੰਬੰਧ ਇੱਕ ਇਲਾਕੇ ਦੇ ਨਾਲ ਨਹੀਂ ਰਿਹਾ। ਇਹ ਨਹੀਂ ਹੈ ਕਿ ਉਹ ਸਿਰਫ ਸਰੀ ਦੇ ਵਿੱਚ ਰਹਿੰਦੇ ਆ ਜਾਂ ਉਹ ਵੈਨਕੂਵਰ ਦੇ ਵਿੱਚ ਆ ਜਾਂ ਉਹ BC ਕੈਨੇਡਾ ਦੇ ਵਿੱਚ ਉਹਨਾਂ ਦਾ ਸੰਬੰਧ ਆ। ਇਹ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇੱਕ ਦੂਜੇ ਨਾਲ ਜੁੜੇ ਆ। ਜਿਹੜੇ ਗਰੁੱਪ ਇੰਡੀਆ ਦੇ ਵਿੱਚ ਕੰਮ ਕਰ ਰਹੇ ਆ ਉਹ ਹੋ ਸਕਦਾ ਕੈਨੇਡਾ ਦੇ ਵਿੱਚ ਵੀ ਉਹਨਾਂ ਦੇ ਲਿੰਕ ਹੋਣ, ਕੈਨੇਡਾ ਵਾਲਿਆਂ ਦੇ ਹੋਰ ਥਾਂ ਦੇ ਉੱਤੇ ਵੀ ਲਿੰਕ ਹੋਣ ਤੇ ਇਹਨਾਂ ਸਾਰਿਆਂ ਦੇ ਟਿਕਾਣੇ ਕਈ ਵਾਰੀ ਇਹਨਾਂ ਸਾਰੇ ਦੇਸ਼ਾਂ 'ਚੋਂ ਬਾਹਰ ਹੁੰਦੇ ਆ। ਥਾਈਲੈਂਡ ਇਸ ਮਾਮਲੇ ਦੇ ਵਿੱਚ ਇਹੋ ਜਿਹਾ ਦੇਸ਼ ਆ ਜਿਹੜਾ ਇਸ ਵੇਲੇ ਪੂਰੀ ਦੁਨੀਆ ਦੀਆਂ ਇਸ ਤਰ੍ਹਾਂ ਦੀ ਗਤੀਵਿਧੀਆਂ ਦਾ ਕੇਂਦਰ ਬਣਿਆ ਹੈ ਜਾਂ ਲੋਕਾਂ ਦਾ ਧਿਆਨ ਇਸ ਵੇਲੇ ਉੱਥੇ ਆ ਕਿ ਉੱਥੇ ਕੀ ਹੋ ਰਿਹਾ। ਤੁਹਾਨੂੰ ਯਾਦ ਹੋਊਗਾ 32 ਸਾਲਾਂ ਦਾ ਮੁੰਡਾ ਜਿਮੀ ਸੰਧੂ ਥਾਈਲੈਂਡ ਦੇ ਵਿੱਚ ਪਿਛਲੇ ਦਿਨੀ ਮਾਰਿਆ ਗਿਆ ਸੀ। ਇੱਕ ਬਹੁਤ ਵੱਡੇ ਬੰਗਲੋ ਦੇ ਵਿੱਚ ਰਹਿੰਦਾ ਸੀ, ਬਹੁਤ ਵੱਡਾ ਘਰ ਤੇ ਉੱਥੇ ਸਾਰੀਆਂ ਸਹੂਲਤਾਂ। ਜਿਹੜੇ ਫੋਰਨ ਕ੍ਰਿਮੀਨਲਸ ਨੇ ਉਹਨਾਂ ਦੀ ਇਸ ਵੇਲੇ ਸਭ ਤੋਂ ਸੌਖੀ ਪਨਾਹਗਾਹ ਥਾਈਲੈਂਡ ਬਣ ਰਿਹਾ ਹੈ। ਇਸ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਜਦੋਂ ਇਹ ਜਿਮੀ ਸੰਧੂ ਦਾ ਕਤਲ 32 ਸਾਲਾਂ ਦੇ ਦਾ ਉੱਥੇ ਹੁੰਦਾ ਆ ਤੇ ਰਾਤ ਨੂੰ 4 ਫਰਵਰੀ ਦੀ ਰਾਤ ਨੂੰ 2 ਜਣੇ ਜਿਹੜੇ ਆਉਂਦੇ ਆ ਤੇ ਉਹ ਉਹਦੇ ਤੋਂ ਬਾਅਦ ਆ ਕੇ ਉੱਥੇ ਜਿਹੜਾ ਰੈਂਟ ਕੀਤਾ ਵਿਲਾ ਸੀ ਉਹਦੇ ਵਿੱਚ ਉਹਨੂੰ ਮਾਰ ਜਾਂਦੇ ਆ। ਮੰਨਿਆ ਜਾਂਦਾ ਸੀ ਕਿ ਇਹਦਾ ਲਿੰਕ ਬਹੁਤ ਸਾਰੇ ਅੰਡਰਵਰਲਡ ਦੇ ਲੋਕਾਂ ਦੇ ਨਾਲ ਜਿਮੀ ਸੰਧੂ ਦਾ ਸੀਗਾ ਤੇ ਉਹਨੂੰ ਤੁਹਾਨੂੰ ਪਤਾ ਕਿ ਡਿਪੋਰਟ ਕੀਤਾ ਗਿਆ ਸੀ ਕੈਨੇਡਾ ਤੋਂ ਕਈ ਸਾਲ ਪਹਿਲਾਂ ਇਹਨਾਂ ਜਿਹੜੀਆਂ ਕਾਰਵਾਈਆਂ ਕਰਕੇ। ਉਹਦੇ ਤੋਂ ਬਾਅਦ ਜਦੋਂ ਇਹਦਾ ਮਰਡਰ ਹੁੰਦਾ ਆ ਜਿਮੀ ਸੰਧੂ ਦਾ, ਉਹਦੇ ਤੋਂ ਬਾਅਦ ਇੰਟਰਪੋਲ ਥਾਈਲੈਂਡ ਦੀ ਇੱਕ ਰੈੱਡ ਨੋਟਿਸ ਇਸ਼ੂ ਕਰਦੀ ਆ 2 ਕੈਨੇਡੀਅਨਸ ਦੇ ਲਈ ਕਿ 2 ਕੈਨੇਡੀਅਨਸ ਨੇ ਜਿਨ੍ਹਾਂ ਨੇ ਇਸ ਪੰਜਾਬੀ ਨੌਜਵਾਨ ਨੂੰ ਮਾਰਿਆ ਆ ਤੇ ਉਹਦੇ ਵਿੱਚ ਜਿਹੜਾ ਬਾਅਦ ਦੇ ਵਿੱਚ ਕਈ ਵੀਕਸ ਤੱਕ ਉਹ ਟਰੈਕ ਕਰਦੇ ਆ ਉਹਨਾਂ ਨੂੰ। ਉਹਨਾਂ ਨੇ ਕਈ ਵੀਕਸ ਤੱਕ ਪੁਲਿਸ ਉਹਨਾਂ ਨੂੰ ਟਰੈਕ ਕਰਦੀ ਰਹੀ ਆ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਇਹ ਜਿਹੜੇ ਜਿਹਨਾਂ 2 ਜਣਿਆਂ ਦੀ ਭਾਲ ਕੀਤੀ ਜਾ ਰਹੀ ਆ ਇਹ ਬਹੁਤ ਲੰਬਾ ਸਮਾਂ ਉੱਥੇ ਥਾਈਲੈਂਡ ਦੇ ਵਿੱਚ ਰਹੇ ਆ ਤੇ ਫਿਰ ਉਹਦੀ ਜਿਮੀ ਸੰਧੂ ਦੀ ਕਾਰ ਦੇ ਥੱਲੇ ਕੋਈ ਡਿਵਾਈਸ ਲਾ ਕੇ ਜਿਹਦੇ ਨਾਲ ਉਹਨਾਂ ਨੂੰ ਪਤਾ ਲੱਗਦਾ ਰਹੇ ਵੀ ਇਸ ਵੇਲੇ ਕਿੱਥੇ ਆ ਤੇ ਇਸ ਵੇਲੇ ਕਿੱਥੇ ਆ, ਉਹਨਾਂ ਨੂੰ ਲੱਭਦੇ ਰਹੇ ਤੇ ਫਿਰ ਉਹਨੂੰ ਜਿਹੜਾ ਅਲਟੀਮੇਟਲੀ ਉਹਨੂੰ ਮਾਰ ਦਿੱਤਾ ਤੇ ਦੁਖਾਂਤਕ ਅੰਤ ਉਸ ਨੌਜਵਾਨ ਦਾ ਹੋਇਆ। ਇੱਕ ਵਿਅਕਤੀ ਇਹਨਾਂ ਦੇ ਵਿੱਚੋਂ ਮੈਥਿਊ ਡੋਪਰ ਦੱਸਿਆ ਜਾ ਰਿਹਾ, ਉਹਨੂੰ ਕੈਨੇਡਾ ਨੇ ਮਿਡ ਫਰਵਰੀ ਦੇ ਵਿੱਚ ਅਰੈਸਟ ਕਰ ਲਿਆ ਤੇ ਇਹਦੇ ਤੋਂ ਬਾਅਦ ਉਹਦੀ ਐਕਸਟ੍ਰੈਡੀਸ਼ਨ ਦੀ ਵੇਟ ਕੀਤੀ ਜਾ ਰਹੀ ਹੈ। ਥਾਈਲੈਂਡ ਦੇ ਆਫਿਸ ਆਫ ਅਟਾਰਨੀ ਜਨਰਲ ਇਹਦੇ ਬਾਰੇ ਜਾਣਕਾਰੀ ਦੇ ਰਹੇ ਆ ਕਿ ਹੁਣ ਉਹ ਕਿਉਂਕਿ ਕਤਲ ਥਾਈਲੈਂਡ ਦੇ ਵਿੱਚ ਕੀਤਾ ਗਿਆ ਤੇ ਕੀਤਾ ਕੈਨੇਡੀਅਨ ਨੇ ਆ, ਕੈਨੇਡਾ ਦੇ ਵਿੱਚ ਉਹਨੂੰ ਫੜ ਲਿਆ ਤੇ ਫੜਨ ਤੋਂ ਬਾਅਦ ਹੁਣ ਉਹਨੂੰ ਉੱਥੇ ਐਕਸਟ੍ਰਾਡਾਈਟ ਕੀਤਾ ਜਾਊਗਾ, ਉਹਨੂੰ ਥਾਈਲੈਂਡ ਦੇ ਵਿੱਚ ਭੇਜਿਆ ਜਾਊਗਾ।
ਜਿਹੜਾ ਦੂਜਾ ਸੀ ਉਹਦਾ ਸਾਥੀ ਜਿਹਨੂੰ ਜੈਨ ਕਾਰਲ ਲਾਕੈਂਪ ਉਹਦਾ ਨਾਂ ਦੱਸਿਆ ਜਾ ਰਿਹਾ, ਉਹ ਹਜੇ ਤੱਕ ਅਨਨੋਨ ਆ ਕਿ ਉਹ ਕਿੱਥੇ ਆ, ਕੌਣ ਆ। ਦੋਵਾਂ ਨੂੰ ਆਇਡੈਂਟੀਫਾਈ ਕੀਤਾ ਸੀ ਸਰਵੇਲੈਂਸ ਫੁਟੇਜ ਦੇ ਵਿੱਚ ਬੈਂਕਾਕ ਸੁਬਰਾਮਨੀਅਮ ਏਅਰਪੋਰਟ ਦੇ ਜਿਹੜਾ ਸਵਰਨ ਭੂਮੀ ਏਅਰਪੋਰਟ ਦੇ ਉੱਤੇ ਫੈਬਰਰੀ 6 ਨੂੰ ਇਹ ਜਦੋਂ ਉੱਥੋਂ ਚੜ੍ਹੇ ਆ, ਉਸ ਫੁਟੇਜ ਦੇ ਵਿੱਚੋਂ ਇਹਨਾਂ ਨੂੰ ਲੱਭਿਆ ਗਿਆ ਸੀ ਕਿ ਇਹ ਕੌਣ ਨੇ। ਥਾਈਲੈਂਡ ਦੀ ਪੁਲਿਸ ਦੱਸ ਰਹੀ ਆ ਕਿ ਇਸ ਹਫਤੇ ਦੇ ਵਿੱਚ ਵੀ ਏਸ਼ੀਆ ਦੇ ਵਿੱਚ 2 ਵੱਡੇ ਜਿਹੜੇ ਇਸ ਤਰ੍ਹਾਂ ਦੇ ਗੈਂਗਸਟਰ ਨੇ ਉਹ ਇੱਥੇ ਆਏ ਆ, ਜਿਹੜੇ ਟਰਾਂਸਪੋਰਟ ਲਿੰਕ ਇੱਥੋਂ ਨੂੰ ਹੈਗੇ ਆ। ਬਹੁਤ ਸਾਰੇ ਲੋਕ ਉੱਥੇ ਫਕੇਟ ਦੇ ਵਿੱਚ ਜਾ ਕੇ ਆਪਣੀ ਥਾਂ ਬਣਾਉਂਦੇ ਆ, ਤੇ ਪਿਛਲੇ ਸਮੇਂ ਦੇ ਵਿੱਚ ਇਹਨਾਂ ਗਤੀਵਿਧੀਆਂ ਦੇ ਵਿੱਚ ਥੋੜ੍ਹੀ ਜਿਹੀ ਕਮੀ ਆਈ ਸੀ, ਕਿਉਂਕਿ ਟਰੈਵਲ ਕਰਨਾ ਇੰਨਾ ਸੌਖਾ ਨਹੀਂ ਸੀ। ਪੈਂਡੈਮਿਕ ਕਰਕੇ ਨਾ ਤਾਂ ਇੱਧਰ ਉੱਧਰ ਜਾਣਾ ਸੌਖਾ ਸੀ, ਕਈ ਤਰ੍ਹਾਂ ਦੇ ਡਾਕੂਮੈਂਟ ਚੈੱਕ ਕੀਤੇ ਜਾਂਦੇ ਸੀ, ਉਹਦੇ ਤੋਂ ਬਾਅਦ ਤੁਹਾਡਾ ਇਨਫੋਰਮੇਸ਼ਨ ਅਪਲੋਡ ਕਰਨੀ ਹੁੰਦੀ ਸੀ, ਤੇ ਕਈ ਜਿਹੜੀਆਂ ਮਾਫੀਆ ਫਿਗਰਸ ਨੇ ਉਹ ਇੱਥੇ ਹੁੰਦੀਆਂ ਸੀ, ਪਰ ਇੱਧਰ ਉੱਧਰ ਜਾਣ ਤੋਂ ਉਹ ਰੁਕ ਗਈਆਂ ਸੀ। ਚਾਹੇ ਉਹ ਫਕੇਟ ਸੀ, ਚਾਹੇ ਉਹ ਪਟਾਇਆ ਸੀ ਉੱਥੇ ਦਾ ਸ਼ਹਿਰ, ਜਿਹੜੇ ਬਲੈਕ ਲਿਸਟਡ ਕ੍ਰਿਮੀਨਲ ਸੀ ਉਹਨਾਂ ਦੇ ਲਈ ਇਹ ਇੱਕ ਵੱਡੀ ਜਿਹੜੀ ਥਾਂ ਬਣਿਆ ਹੈ। ਇਹ ਵੀ ਦੱਸਿਆ ਜਾ ਰਿਹਾ ਕਿ ਥਾਈਲੈਂਡ ਦੇ ਵਿੱਚ ਨਕਲੀ ਪਾਸਪੋਰਟ ਕਿਸੇ ਦੇ ਨਾਂ ਤੇ ਬਣਾਉਣਾ ਜਾਂ ਕੁਝ ਕਰਨਾ ਉਹ ਵੀ ਬਾਕੀ ਮੁਲਕਾਂ ਨਾਲੋਂ ਜ਼ਿਆਦਾ ਸੌਖਾ ਆ। ਦੂਜਾ, ਉੱਥੇ ਸਮੁੰਦਰ ਦਾ ਕੰਢਾ ਵੀ ਆ, ਧੁੱਪ ਵੀ ਪੂਰੀ ਆ, ਤੇ ਉੱਥੇ ਰਹਿਣ ਦੇ ਲਈ ਇਸ ਤਰ੍ਹਾਂ ਦੀਆਂ ਸਹੂਲਤਾਂ ਵੀ ਬਹੁਤ ਜ਼ਿਆਦਾ ਨੇ। ਤੇ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਕਿ ਵੱਖ-ਵੱਖ ਦੇਸ਼ਾਂ ਤੋਂ, ਚਾਹੇ ਉਹ ਚਾਈਨੀਜ਼ ਆ, ਕੋਰੀਅਨਜ਼ ਆ, ਜਿਹੜੇ ਤਾਈਵਾਨ ਤੋਂ ਆ, ਉਹ ਉੱਥੇ ਬਹੁਤ ਕਿਸਮ ਦੇ ਜਿਹੜੇ ਸਕੈਮ ਕਰਦੇ ਆ, ਕਿਉਂਕਿ ਉੱਥੇ ਪਟਾਇਆ ਨੂੰ ਆਪਣਾ ਬੇਸ ਬਣਾਉਂਦੇ ਆ ਥਾਈਲੈਂਡ ਦੇ ਵਿੱਚ ਇਹ, ਤੇ ਉੱਥੇ ਵੱਡਾ ਹਾਊਸ ਲੈ ਲੈਂਦੇ ਆ, ਤੇ ਕਈ ਸੈਂਕੜੇ ਫੋਨ ਇਹ ਕੋਲ ਰੱਖ ਲੈਂਦੇ ਆ ਜਿਹਦੇ ਨਾਲ ਟਾਰਗੇਟ ਕਰਦੇ ਆ। ਤੇ ਕਈ ਜਿਹੜੇ ਮਲਟੀ ਬਿਲੀਅਨ ਡਾਲਰ ਦੇ ਸਕੈਮ ਸੀਗੇ ਉਹ ਉੱਥੇ ਕਰਦੇ ਆ, ਤੇ ਜਿਹਦਾ ਸੰਬੰਧ ਇਹਦੇ ਨਾਲ ਥਾਈਲੈਂਡ ਦੇ ਨਾਲ ਬਾਅਦ ਦੇ ਵਿੱਚ ਨਿਕਲਦਾ ਆ। ਬੜਾ ਲੰਬਾ ਸਮਾਂ ਥਾਈਲੈਂਡ ਡਰੱਗ ਟ੍ਰੈਫਿਕ ਦੇ ਮਾਮਲੇ ਦੇ ਵਿੱਚ, ਜਾਂ ਜਿਹੜੇ ਡਾਰਕ ਵੈਬ ਐਡਮਿਨਿਸਟ੍ਰੇਟਰ ਨੇ, ਜਿਹੜੇ ਵੈਬਸਾਈਟਸ ਜਿਹੜੀਆਂ ਕਿਸੇ ਦੇ ਗੇਟ ਦੇ ਵਿੱਚ ਹੀ ਨਹੀਂ ਆਉਂਦੀਆਂ, ਉਹ ਸਾਰੀਆਂ ਚਲਾਉਣੀਆਂ, ਤੇ ਜਿਹੜੇ ਟੈਰਰਿਸਟ ਐਕਟੀਵਿਟੀਜ਼ ਨੇ ਉਹਨਾਂ ਦਾ ਗੜ ਰਿਹਾ। ਇੱਕ ਵਾਰੀ ਫੇਰ ਇਹਨਾਂ ਕਤਲਾਂ ਤੋਂ ਬਾਅਦ ਇਹ ਥਾਈਲੈਂਡ ਦੁਨੀਆ ਦੀ ਨਿਗਾਹ ਦੇ ਵਿੱਚ ਆਇਆ ਆ, ਤੇ ਹੁਣ ਇਸ ਪੈਂਡੈਮਿਕ ਤੋਂ ਬਾਅਦ ਜਦੋਂ ਦੁਬਾਰਾ ਫੇਰ ਆਉਣਾ ਜਾਣਾ ਥੋੜ੍ਹਾ ਜਿਹਾ ਖੁੱਲ੍ਹਣਾ ਸ਼ੁਰੂ ਹੋ ਗਿਆ, ਉਸੇ ਤਰ੍ਹਾਂ ਹੀ ਇਸ ਥਾਂ ਦੇ ਉੱਤੇ ਜਿਹੜੇ ਕ੍ਰਿਮੀਨਲਸ ਨੇ ਉਹਨਾਂ ਦਾ ਆਉਣਾ ਜਾਣਾ ਵੀ ਦੱਸਦੇ ਆ ਕਿ ਜ਼ਿਆਦਾ ਹੋ ਗਿਆ, ਤੇ ਇਹ ਗਤੀਵਿਧੀਆਂ ਜਿਹੜੀਆਂ ਜ਼ਿਆਦਾ ਹੋ ਗਈਆਂ, ਤੇ ਇਹ ਹੁਣ ਇੰਟਰਪੋਲ ਵਰਗੀਆਂ ਸੰਸਥਾਵਾਂ ਵੱਡੇ ਪੱਧਰ ਦੇ ਉੱਤੇ ਯਤਨ ਕਰ ਰਹੀਆਂ ਕਿ ਜਦੋਂ ਕਿ ਇਹਨਾਂ ਕਤਲਾਂ ਦਾ ਸੰਬੰਧ ਇੱਕ ਦੇਸ਼ ਨਾਲ ਨਾ ਹੋ ਕੇ ਬਹੁਤ ਸਾਰੇ ਦੇਸ਼ਾਂ ਨਾਲ ਜੁੜਦਾ, ਤੇ ਉਹਦੀ ਪਨਾਹਗਾਹ ਥਾਈਲੈਂਡ ਬਣਦੀ ਆ, ਤੇ ਇਹਦੇ ਉੱਤੇ ਕੋਈ ਵੱਡੀ ਕਾਰਵਾਈ ਹੋਣ ਦੀ ਆਸ ਕੀਤੀ ਜਾ ਰਹੀ ਹੈ। ਬੈਂਕ ਆਫ ਕੈਨੇਡਾ ਨੇ ਅੱਜ ਵਿਆਜ ਦਰਾਂ ਵਧਾ ਦਿੱਤੀਆਂ। ਇਹ ਵਿਆਜ ਦਰਾਂ ਦੇ ਵਿੱਚ ਤਬਦੀਲੀ ਦਾ ਮਤਲਬ ਇਹ ਹੈ ਕਿ ਜੇ ਵਿਆਜ ਮਹਿੰਗਾ ਕਰ ਦਿੱਤਾ ਤਾਂ ਲੋਕ ਕਰਜ਼ਾ ਘੱਟ ਲੈਣਗੇ। ਹੁਣ ਇਸ ਸੰਬੰਧੀ ਅਸੀਂ ਸਰਦਾਰ ਕੁਲਦੀਪ ਸਿੰਘ ਸਿੱਧੂ ਹੋਣਾ ਦੇ ਨਾਲ ਖਾਲਸਾ ਕ੍ਰੈਡਿਟ ਯੂਨੀਅਨ ਤੋਂ ਗੱਲਬਾਤ ਕਰਨੀ ਆ। ਇਹਦੇ ਵਿੱਚ ਇੱਕ ਨੁਕਤਾ ਬਹੁਤ ਮਹੱਤਵਪੂਰਨ ਸਾਡੇ ਸਾਹਮਣੇ ਇਹ ਆ ਰਿਹਾ ਕਿ ਕੀ ਇਹ ਸਵਾਲ ਪੂਰੇ ਕੈਨੇਡਾ ਦੇ ਵਿੱਚ ਖੜਾ ਹੋ ਗਿਆ ਕਿ ਜਿਹੜੇ ਇੰਟਰਸਟ ਰੇਟ ਵਧੇ ਆ, ਜਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਇੰਟਰਸਟ ਰੇਟ ਵਧਣੇ ਆ, ਉਹ ਕੀ ਕਾਫੀ ਨੇ ਕਿ ਘਰਾਂ ਦੀਆਂ ਕੀਮਤਾਂ ਘਟਾ ਦੇਣਗੇ, ਜਾਂ ਘਰਾਂ ਦੀ ਜਿਹੜੀ ਇਸ ਵੇਲੇ ਬਹੁਤ ਜ਼ਿਆਦਾ ਤੇਜ਼ ਹੋਈ ਮਾਰਕੀਟ ਆ ਇਹਨੂੰ ਹੌਲੀ ਕਰ ਸਕਦੇ ਆ। ਤਾਂ ਇਹਦਾ ਜਵਾਬ ਨਾ ਦੇ ਵਿੱਚ ਆ ਰਿਹਾ ਕਿ ਇਹਨੂੰ ਕੂਲ ਡਾਊਨ ਕਰਨ ਦੇ ਵਿੱਚ ਬਹੁਤੀ ਜ਼ਿਆਦਾ ਮਦਦ ਨਹੀਂ ਕਰ ਸਕਦੀ, ਕਿਉਂਕਿ ਘਰਾਂ ਦੀ ਡਿਮਾਂਡ ਇੰਨੀ ਜ਼ਿਆਦਾ ਆ, ਸਪਲਾਈ ਇੰਨੀ ਘੱਟ ਆ ਕਿ ਬੈਂਕ ਆਫ ਕੈਨੇਡਾ ਦੇ ਇਸ ਫੈਸਲੇ ਨਾਲ ਕੋਈ ਬਹੁਤਾ ਫਰਕ ਲੋਕਾਂ ਨੂੰ ਪੈਣਾ ਨਹੀਂ। ਪਿਛਲੇ ਸਮੇਂ ਦੇ ਵਿੱਚ ਵੀ ਇੰਟਰਸਟ ਰੇਟ ਵੱਧਦੇ ਰਹੇ ਆ, ਆਉਣ ਵਾਲੇ ਸਮੇਂ 'ਚ ਵੀ ਵਧਣੇ ਆ, ਤਾਂ ਕਿਤੇ ਕਿਤੇ ਲੋਕ ਆਸ ਲਾ ਕੇ ਬੈਠੇ ਸੀ ਕਿ ਜਦੋਂ ਇੰਟਰਸਟ ਰੇਟ ਵੱਧ ਜਾਂਦੇ ਸੀ ਲੋਕ ਥੋੜ੍ਹਾ ਜਿਹਾ ਇਸ ਤਰ੍ਹਾਂ ਸੋਚਣ ਲੱਗ ਜਾਂਦੇ ਸੀ ਕਿ ਅਜੇ ਸਮਾਂ ਨਹੀਂ ਆ ਖਰੀਦਣ ਦਾ, ਅਜੇ ਥੋੜ੍ਹਾ ਜਿਹਾ ਰੁਕ ਲਈਏ, ਵਿਆਜ ਥੋੜ੍ਹੇ ਜਿਹੇ ਥੱਲੇ ਆ ਜਾਣਗੇ, ਉਸ ਵੇਲੇ ਘਰ ਖਰੀਦ ਲਵਾਂਗੇ। ਪਰ ਹੁਣ ਕਹਿੰਦੇ ਉਲਟਾ ਹੋ ਰਿਹਾ। ਬਹੁਤ ਸਾਰੇ ਲੋਕ ਆ ਜਿਹੜੇ ਪ੍ਰੀ ਅਪਰੂਵਲ ਲੈ ਕੇ ਤਾਂ ਰੇਟ ਨੂੰ ਹੋਲਡ ਕਰ ਰਹੇ ਆ, ਤੇ ਇਹਦੇ ਵਿੱਚ ਵੀ ਉਸੇ ਤਰ੍ਹਾਂ ਘਰ ਲੈਣ ਦੇ ਲਈ ਕਾਹਲੇ ਆ। ਜਿਹੜੇ ਬਹੁਤ ਸਾਰੇ ਕਲਾਇੰਟ ਖਾਸ ਕਰਕੇ ਟੋਰਾਂਟੋ ਜਾਂ ਵੈਨਕੂਵਰ ਦੇ ਇਲਾਕੇ ਦੇ ਵਿੱਚ ਇੱਦਾਂ ਜਾਪ ਰਿਹਾ ਕਿ ਉਹਨਾਂ ਨੂੰ 0.25 ਇਸ ਇੰਟਰਸਟ ਰੇਟ ਵਧਣ ਦੇ ਨਾਲ ਕੋਈ ਵੀ ਫਰਕ ਨਹੀਂ ਪਿਆ। ਮਾਮਲਾ ਬੜਾ ਸਿੱਧਾ ਜਿਹਾ ਆ ਕਿ ਇਸ ਵੇਲੇ ਟੋਰਾਂਟੋ ਜਾਂ ਵੈਨਕੂਵਰ ਦੇ ਵਿੱਚ ਜਿਹੜਾ ਐਵਰੇਜ ਘਰ ਆ ਉਹ 1 ਮਿਲੀਅਨ ਤੋਂ ਕ੍ਰੋਸ ਕਰ ਚੁੱਕਿਆ। ਜਿਹੜੇ ਚਾਹੇ ਉਹ ਸਬ ਅਰਬਨ ਨੇ ਜਾਂ ਦੂਜੇ ਨੇ ਰੂਰਲ ਏਰੀਆਜ਼ ਨੇ, ਉੱਥੇ ਬਹੁਤ ਸਾਰੀ ਕੀਮਤ ਵੱਧ ਰਹੀ ਆ ਇਹਨਾਂ ਦੀ। ਪਿਛਲੇ ਮਹੀਨਿਆਂ ਦੇ ਵਿੱਚ ਲਿਸਟਿੰਗ ਜਿਹੜੀਆਂ ਘਟੀਆਂ ਸੀ, ਰੀਅਲਟਰ ਤੇ ਬਾਇਰ ਜਿਹੜੇ ਆ ਉਹਨਾਂ ਦੇ ਕੋਲੇ ਪ੍ਰੋਪਰਟੀਜ਼ ਨਹੀਂ ਸੀਗੀਆਂ, ਸਪਲਾਈ ਘਟ ਗਈ ਸੀ ਪਿਛਲੇ ਸਮੇਂ ਦੇ ਵਿੱਚ। ਪਰ ਹੁਣ ਇਸੇ ਤਰ੍ਹਾਂ ਫੇਰ ਲੱਗ ਰਿਹਾ ਆ ਕਿ ਇਹਨਾਂ ਦੇ ਨਾਲ ਬਹੁਤਾ ਫਰਕ ਮਾਰਕੀਟ ਨੂੰ ਨਹੀਂ ਪੈਣਾ, ਕਿਉਂਕਿ
ਪੈਂਡੈਮਿਕ ਦੇ ਪਹਿਲਾਂ ਰੇਟ ਜਿਹੜੇ ਇੰਟਰਸਟ ਰੇਟ ਸੀਗੇ ਉਹ ਇਹਦੇ ਤੋਂ ਵੀ ਜ਼ਿਆਦਾ ਸੀ, ਤੇ ਜੇ ਕੋਵਿਡ ਤੋਂ 2 ਸਾਲ ਪਹਿਲਾਂ ਇੰਟਰਸਟ ਰੇਟ ਆਲਰੇਡੀ ਜ਼ਿਆਦਾ ਸੀਗੇ ਤੇ ਫਿਰ ਇੱਕਦਮ ਥੱਲੇ ਡਿੱਗ ਪਏ, ਜਿਹਦੇ ਵਿੱਚ ਲੋਕਾਂ ਨੇ ਸਾਰਾ ਕੁਝ ਖਰੀਦਣਾ ਸ਼ੁਰੂ ਕਰ ਦਿੱਤਾ। ਤੇ ਜਿੰਨਾ ਚਿਰ ਇਹ ਉਹਦੇ ਬਰਾਬਰ ਨਹੀਂ ਜਾਂਦੇ ਉਹਨਾਂ ਚਿਰ ਤਾਂ ਘੱਟੋ ਘੱਟ ਲੋਕ ਇਹਦੇ ਬਾਰੇ ਨਹੀਂ ਸੋਚ ਰਹੇ ਕਿ ਇਸ ਵਿਆਜ ਦਰਾਂ ਵਧਣ ਦੇ ਨਾਲ ਜਿਹੜਾ ਬਹੁਤ ਵੱਡਾ ਫਰਕ ਪਊਗਾ। ਜਦੋਂ ਪਿਛਲੀ ਵਾਰੀ ਬੈਂਕ ਆਫ ਕੈਨੇਡਾ ਨੇ ਅਨਾਊਂਸਮੈਂਟ ਕੀਤੀ ਸੀ ਉਦੋਂ ਇਹਨਾਂ ਨੇ ਨਹੀਂ ਵਧਾਇਆ ਸੀ। ਇਸ ਵਾਰੀ ਜਿਹੜੇ ਮਾਹਰ ਸੀ ਉਹ ਇਹ ਕਹਿ ਰਹੇ ਸੀ ਕਿ ਇਹਨੇ 0.25 ਨਹੀਂ ਵਧਾਉਣਾ, ਸਿੱਧਾ 0.5% 0.50 ਵਧਾ ਦੇਣਾ, ਪਰ ਵਧਾਇਆ 0.25 ਆ। ਸੋ ਰੀਅਲ ਸਟੇਟ ਮਾਰਕੀਟ ਦੀ ਲਿਸਟਿੰਗ ਦੇ ਉੱਤੇ ਇਸ ਚੀਜ਼ ਦਾ ਕਿੰਨਾ ਕੁ ਅਸਰ ਪੈਂਦਾ, ਇਹ ਅਜੇ ਜੇ ਹੋਰ ਵੀ ਵਿਆਜ ਜਿਹੜੇ ਆ ਜ਼ਿਆਦਾ ਹੋ ਜਾਂਦੇ ਆ ਤਾਂ ਉਹਦੇ ਤੋਂ ਬਾਅਦ ਵੀ ਮਾਹਰ ਇਹ ਮੰਨ ਰਹੇ ਆ ਕਿ ਕੋਈ ਬਹੁਤਾ ਫਰਕ ਨਹੀਂ ਪੈਣਾ, ਕਿਉਂਕਿ ਬਹੁਤ ਸਾਰੇ ਹੋਰ ਜਿਹੜੇ ਫੈਕਟਰਸ ਨੇ ਜਿਹੜੇ ਇਹ ਸਾਰੇ ਕੁਛ ਦੇ ਉੱਤੇ ਪ੍ਰਭਾਵ ਪਾ ਰਹੇ ਨੇ ਘਰਾਂ ਦੀ ਮਾਰਕੀਟ ਦੇ ਉੱਤੇ। ਤੇ ਇਹਨੂੰ ਇੰਨੇ ਸੌਖੇ ਤਰੀਕੇ ਦੇ ਨਾਲ ਨਹੀਂ ਸਮਝਿਆ ਜਾ ਸਕਦਾ ਕਿ ਹੁਣ ਵਿਆਜ ਦਰਾਂ ਜਿਹੜੀਆਂ ਉਹ ਵੱਧ ਗਈਆਂ ਤੇ ਘਰ ਸਸਤੇ ਹੋ ਜਾਣਗੇ। ਕੁਛ ਮਾਹਰ ਇਸ ਤਰੀਕੇ ਨਾਲ ਵੀ ਗੱਲਬਾਤ ਕਰ ਰਹੇ ਆ। ਆਓ ਅਗਲੇ ਹਿੱਸੇ ਵਿੱਚ ਸਰਦਾਰ ਕੁਲਦੀਪ ਸਿੰਘ ਸਿੱਧੂ ਹੁਣਾਂ ਦੇ ਨਾਲ ਗੱਲਬਾਤ ਕਰਦੇ ਹਾਂ ਖਾਲਸਾ ਕ੍ਰੈਡਿਟ ਯੂਨੀਅਨ ਸਰੀ ਤੋਂ। ਅੱਜ ਇੱਕ ਖਬਰ ਬਹੁਤ ਚਰਚਾ ਦੇ ਵਿੱਚ ਆ ਕਿ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਵਧਾ ਦਿੱਤੇ ਆ। ਪਿਛਲੇ ਲੰਬੇ ਸਮੇਂ ਤੋਂ ਗੱਲਬਾਤ ਚੱਲਦੀ ਸੀ ਵੀ ਇੰਟਰਸਟ ਰੇਟ ਵੱਧ ਜਾਣੇ ਆ, ਪਿਛਲੀ ਵਾਰੀ ਕਿਹਾ ਜਾਂਦਾ ਸੀ ਕਿ ਵੱਧ ਜਾਣੇ ਪਰ ਵਧੇ ਨਹੀਂ ਸੀ, ਹੁਣ ਇਹ ਵਧਾ ਦਿੱਤੇ ਆ। ਇਹਦਾ ਲੋਕਾਂ ਦੇ ਉੱਤੇ ਕੀ ਅਸਰ ਪਊਗਾ, ਮੌਰਗੇਜ 'ਤੇ ਕੀ ਅਸਰ ਪਊਗਾ, ਕਿਹਨਾਂ ਲੋਕਾਂ 'ਤੇ ਅਸਰ ਪਊਗਾ, ਘਰਾਂ ਦੀਆਂ ਕੀਮਤਾਂ ਨੂੰ ਇਹਦੇ ਨਾਲ ਕੋਈ ਫਰਕ ਪਊਗਾ ਜਾਂ ਨਹੀਂ ਪਊਗਾ, ਇਹ ਸਾਰੇ ਪੱਖ ਜਾਣਨ ਦੇ ਲਈ ਅਸੀਂ ਇਸ ਵੇਲੇ ਆਏ ਹਾਂ ਖਾਲਸਾ ਕ੍ਰੈਡਿਟ ਯੂਨੀਅਨ ਕੁਲਦੀਪ ਸਿੰਘ ਸਿੱਧੂ ਹੁਣਾਂ ਦੇ ਨਾਲ। ਸਿੱਧੂ ਸਾਹਿਬ, ਇਹ ਪਹਿਲਾਂ ਤਾਂ ਦੱਸਿਓ ਜਿਹੜੀ ਨਿਊਜ਼ ਆਈ ਹੈ ਕੀ ਜੀ, ਕਿੰਨਾ ਇੰਟਰਸਟ ਰੇਟ ਵਧਿਆ ਅਤੇ ਕੀ ਵਧਿਆ ਜੀ? ਕਾਫੀ ਚਿਰ ਤੋਂ ਜਿਹੜਾ ਚਰਚਾ ਚੱਲਦੀ ਸੀ ਕਿ ਬੈਂਕ ਆਫ ਕੈਨੇਡਾ ਨੇ ਆਪਣਾ ਜਿਹੜਾ ਪ੍ਰਾਈਮ ਰੇਟ ਹੁੰਦਾ ਹੈ ਨਾ, ਬੈਂਕ ਰੇਟ ਇਹਨੂੰ ਕਹਿੰਦੇ ਨੇ, ਉਹ 0.25% ਵਧਾਤਾ। ਉਹ ਪਹਿਲਾਂ 0.25 ਹੁੰਦਾ ਸੀ, ਸੋ ਉਹ ਹੁਣ 0.5% ਹੋ ਗਿਆ। ਉਹਦੇ ਨਾਲ ਹੁੰਦਾ ਕੀ ਆ, ਉਹ ਜਿਵੇਂ ਬੈਂਕਸ ਜਿੰਨੀਆਂ ਵੀ ਚਾਰਟਰਡ ਬੈਂਕਸ ਨੇ, ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੇ, ਉਹ ਬੈਂਕ ਆਫ ਕੈਨੇਡਾ ਤੋਂ ਕਰਜ਼ ਲੈਂਦੀਆਂ ਨੇ ਵੈਨ ਐਵਰ ਦੇ ਨੀਡ। ਸੋ ਉਹ ਪਹਿਲਾਂ 0.25 'ਤੇ ਸੀ, ਉਹ ਵੱਧ ਕੇ ਹੁਣ 0.50 ਹੋ ਗਿਆ। ਅਤੇ ਇਹਦੇ ਨਾਲ ਹੁਣ ਫਰਕ ਕੀ ਪਊਗਾ? ਵੱਡਾ ਫਰਕ ਨਵੀਆਂ ਮੌਰਗੇਜ ਵਾਲਿਆਂ ਨੂੰ ਪਊਗਾ, ਜਿਹਨਾਂ ਨੇ ਪਹਿਲਾਂ ਲਈਆਂ ਉਹਨਾਂ ਨੂੰ ਪਊਗਾ ਜੀ? ਦੇਖੋ, ਇਹਦੇ ਵਿੱਚ ਇੱਕ ਜਿੰਨੀਆਂ ਵੀ ਮੌਰਗੇਜ ਜਿਹੜੀਆਂ ਵੇਰੀਏਬਲ 'ਤੇ ਨੇ, ਜਿਹੜੀਆਂ ਪ੍ਰਾਈਮ ਦੇ ਨਾਲ ਲਿੰਕ ਨੇ, ਉਹਨਾਂ 'ਤੇ ਫਰਕ ਪੈਣਾ ਜੀ। ਉਹ ਮਹਿੰਗੀਆਂ ਹੋ ਗਈਆਂ। ਕਹਿਣ ਤੋਂ ਭਾਵ ਜਿਨ੍ਹਾਂ ਦੀਆਂ ਲਾਈਨ ਆਫ ਕ੍ਰੈਡਿਟਸ ਨੇ ਘਰ ਦੇ ਅਗੇਂਸਟ, ਜਿਹਨੂੰ ਆਪਾਂ ਹੀ ਲੋਕ ਕਹਿ ਦਿੰਦੇ ਹਾਂ, ਉਹ ਪ੍ਰਾਈਮ ਦੇ ਨਾਲ ਲਿੰਕ ਹੁੰਦੀਆਂ ਨੇ ਕਿ ਪ੍ਰਾਈਮ ਪਲੱਸ ਹਾਫ ਜਾਂ ਪ੍ਰਾਈਮ ਪਲੱਸ 1 ਵਾਟਐਵਰ, ਜੋ ਵੀ ਬੈਂਕਸ ਦੇ ਨਾਲ ਉਹਨਾਂ ਦੀ ਡੀਲਿੰਗ ਆ। ਉਹ ਹੁਣ ਪਹਿਲਾਂ ਪ੍ਰਾਈਮ ਸੀ ਜਿਹੜਾ 2.45 ਸੀ। ਸਪੋਜ਼ ਆਪਾਂ ਇੱਕ ਰਫਲੀ ਐਗਜ਼ਾਮਪਲ ਲੈਂਦੇ ਹਾਂ, ਕਿਸੇ ਦੀ ਪ੍ਰਾਈਮ ਪਲੱਸ ਹਾਫ 'ਤੇ ਸੀ ਮੌਰਗੇਜ ਲਾਈਨ ਆਫ ਕ੍ਰੈਡਿਟ, ਹੈ ਨਾ, ਘਰ ਦੇ ਅਗੇਂਸਟ। ਸੋ ਉਹ ਹੁਣ ਵੱਧ ਕੇ ਪਹਿਲਾਂ ਪ੍ਰਾਈਮ ਸੀਗਾ 2.45 ਪਲੱਸ ਹਾਫ, ਸੋ 2.95 'ਤੇ ਸੀ ਮੌਰਗੇਜ। ਹੁਣ ਉਹ 0.25 %, ਮਹਿੰਗਾ ਹੋ ਗਿਆ, ਉਹਦੇ 'ਤੇ ਵਿਆਜ ਜ਼ਿਆਦਾ ਲੱਗੂਗਾ। ਠੀਕ ਹੈ ਜੀ। ਵੀ ਅੰਦਾਜ਼ਾ ਲਾਇਆ ਜਾ ਸਕਦਾ ਵੀ ਜੇ ਕਿਸੇ ਕੋਲ $1,00,000 ਦੀ ਲਾਈਨ ਆਫ ਕ੍ਰੈਡਿਟ ਆ, ਉਹਨੂੰ ਅੰਦਾਜ਼ਨ ਕਿੰਨਾ ਕੁ ਫਰਕ ਪਿਆ ਹੋਊਗਾ ਜੇ ਆਪਾਂ ਇਹਨੂੰ ਇਸ ਤਰੀਕੇ ਦੇ ਨਾਲ ਕੈਲਕੂਲੇਟ ਕਰਕੇ ਦੇਖਦੇ ਹਾਂ? ਜਾਂ ਤਾਂ ਇੱਕ ਤਾਂ ਜਿਹੜੇ ਵੇਰੀਏਬਲ ਹੈਗੀ ਆ ਮੌਰਗੇਜਸ, ਉਹ ਜਾਂ ਘੱਟੋ ਘੱਟ ਲਾਈਨ ਆਫ ਕ੍ਰੈਡਿਟ ਜੇ ਕਿਸੇ ਦੀ $1,00,000 ਦੀ ਆ, ਤਾਂ ਹੁਣ ਅੱਜ ਜਿਹੜੀ ਅਨਾਊਂਸਮੈਂਟ ਹੋਈ ਇਹਦੇ ਨਾਲ ਉਹਨੂੰ ਕਿੰਨਾ ਕੁ ਫਰਕ ਪਊਗਾ ਜੀ? ਦੇਖੋ, ਜੇ $1,00,000 ਦੀ ਲਾਈਨ ਆਫ ਕ੍ਰੈਡਿਟ ਹੈ ਤਾਂ ਜਿੱਥੇ ਉਹਨੂੰ ਪਹਿਲਾਂ ਜੋ ਇੰਟਰਸਟ ਉਹਦਾ ਵਿਆਜ ਜਾਂਦਾ ਸੀਗਾ, $20 ਤੋਂ $25 ਹੋਰ ਸਮਝ ਲਓ ਤੁਸੀਂ, ਮਹੀਨੇ ਦੇ ਵੱਧ ਦੇਣੇ ਪੈਣੇ ਬੈਂਕ ਨੂੰ ਵਿਆਜ ਨੂੰ, ਜੇ $1,00,000 ਦੀ ਆ। ਇਹ ਹੁਣ ਕਹਿੰਦੇ ਅੱਗੇ ਹੋਰ ਵੱਧ ਜਾਣੇ ਹਜੇ, ਇਹ ਕਿੰਨੇ ਕੁ ਚਿਰ ਬਾਅਦ ਵੱਧਦੇ ਹੁੰਦੇ ਤੇ ਕਿੰਨੇ ਕੁ ਵੱਧ ਜਾਣੇ ਹਜੇ ਜੀ ਹੋਰ ਵਿਆਜ ਜਿਹੜਾ? ਦੇਖੋ, ਇਹ ਤੇ ਡਿਪੈਂਡ ਕਰਦਾ ਇਕੋਨਮੀ 'ਤੇ। ਠੀਕ ਹੈ ਜੀ। ਹੁਣ ਜਿਵੇਂ ਕਿਉਂ ਵਧਾਇਆ ਰੇਟ, ਹੈ ਨਾ, ਪਹਿਲਾਂ ਤਾਂ ਕਿਉਂਕਿ ਕਈ ਜਿੰਨੇ ਵੀ ਅਰਥ ਸ਼ਾਸਤਰੀ ਸੀਗੇ, ਜਿਹਨੇ ਵੱਡੇ ਵੱਡੀਆਂ ਬੈਂਕਸ ਦੇ, ਹੈ ਨਾ, ਉਹ ਇਹ ਸੋਚ ਰਹੇ ਸੀ ਕਿ 0.5% ਵਧੂਗਾ ਰੇਟ, ਹੈ ਨਾ, ਪਰ ਬੈਂਕ ਆਫ ਕੈਨੇਡਾ ਨੇ 0.25। ਇਹਦੇ ਵਿੱਚ ਕਈ ਫੈਕਟਰ ਕਾਊਂਟ ਕਰਦੇ ਨੇ। ਇੱਕ ਤਾਂ ਪਹਿਲਾਂ ਹੈਗਾ ਇਨਫਲੇਸ਼ਨ। ਸਭ ਤੋਂ ਜ਼ਿਆਦਾ ਇਸ ਜਿਹੜੀ ਡਿਸੀਜਨ ਹੋਇਆ ਅੱਜ ਰੇਟ ਵਧਣ ਦਾ, ਉਹਦਾ ਸਭ ਤੋਂ ਮੇਨ ਫੈਕਟਰ ਹੈ ਜਿਹੜਾ ਉਹ ਇਨਫਲੇਸ਼ਨ ਹੈ। ਆਲ ਟਾਈਮ ਹਾਈ 1991 ਤੋਂ ਬਾਅਦ ਪਹਿਲੀ ਵਾਰੀ ਹੋਇਆ ਕਿ 5.1% ਇਨਫਲੇਸ਼ਨ ਵਧੀ ਹੈ, ਮਹਿੰਗਾਈ ਜਿਹਨੂੰ ਆਪਾਂ ਸਿੰਪਲ ਭਾਸ਼ਾ ਦੇ ਵਿੱਚ ਕਹਿੰਦੇ ਹਾਂ, ਹੈ ਨਾ। ਅਤੇ ਉਹਦੇ ਕਰਕੇ ਇਹ ਵਧਾਏ ਨੇ। ਅਤੇ ਇਹ ਕਦੋਂ ਵੱਧਦੇ ਨੇ? ਇਹ ਹੁਣ ਜਦੋਂ ਇਕੋਨਮੀ ਦੇ ਫੈਕਟਰ, ਜਿਵੇਂ ਹੁਣ ਆਪਣੀ ਜਿਹੜੀ ਇਕੋਨਮੀ ਹੈ, ਜਿਹੜੀ ਲਾਸਟ ਕੁਆਟਰ ਸੀਗਾ 2021 ਦਾ, ਉਹਦੇ ਵਿੱਚ 6.7% ਨਾਲ ਗਰੋਥ ਹੋਈ ਸੀ, ਵਿਚ ਇਜ਼ ਬਿਯੋਂਡ ਐਕਸਪੈਕਟੇਸ਼ਨਸ। ਇੰਨਾ ਸੋਚਿਆ ਵੀ ਨਹੀਂ ਸੀ ਬੈਂਕ ਆਫ ਕੈਨੇਡਾ ਨੇ, ਹੈ ਨਾ। ਸੋ ਉਹੀ ਚੀਜ਼ ਆ ਕਿ ਕਿਉਂ ਕਰਦੀ ਆ ਬੈਂਕ ਆਫ ਕੈਨੇਡਾ, ਕਿਉਂ ਰੇਟਸ ਨੂੰ ਉਹ ਕਰਦੇ ਆ? ਇਹ ਮਨੀ ਦੀ ਸਪਲਾਈ ਨੂੰ, ਜਿਵੇਂ ਆਪਾਂ ਪਹਿਲਾਂ ਵੀ ਇੰਟਰਵਿਊਜ਼ ਦੇ ਵਿੱਚ ਕਿਹਾ, ਕਿ ਕੰਟਰੋਲ ਕਰਦੇ ਆ। ਠੀਕ ਹੈ ਜੀ। ਹੁਣ ਆਪਾਂ ਉਹੀ
ਜਿਹੜੀ $1,00,000 ਦੀ ਲਾਈਨ ਆਫ ਕ੍ਰੈਡਿਟ ਦੀ ਲਈਏ, ਪਹਿਲਾਂ $25 ਘੱਟ ਦੇਣੇ ਪੈਂਦੇ ਸੀ। ਉਹ $25 ਘੱਟ ਦੇਣੇ ਪੈਂਦੇ ਸੀ ਤਾਂ $25 ਜਾਂ ਤਾਂ ਬੰਦਾ ਸੇਵ ਕਰਦਾ ਜਾਂ ਮਾਰਕੀਟ 'ਚ ਸਪੈਂਡ ਕਰਦਾ ਸੀ। ਹੁਣ ਉਹਦੀ ਜੇਬ 'ਚੋਂ $25 ਹੋਰ ਦੇਣੇ ਪੈਣੇ ਆ ਵਿਆਜ। ਸੋ ਉਹਦੀ ਪਰਚੇਜਿੰਗ ਪਾਵਰ 'ਤੇ ਤਾਂ ਥੋੜ੍ਹੀ ਜਿਹੀ ਕੰਟਰੋਲ ਹੋ ਗਿਆ ਨਾ। ਸੋ ਇਹ ਮਨੀ ਦੀ ਸਪਲਾਈ ਨੂੰ ਕੰਟਰੋਲ ਕਰਨ ਦੇ ਲਈ ਘਟਾਉਂਦੇ ਜਾਂ ਵਧਾਉਂਦੇ ਰਹਿੰਦੇ ਨੇ ਰੇਟ। ਕਈ ਲੋਕ ਇਹਦੇ ਬਾਰੇ ਇਹ ਵੀ ਗੱਲ ਕਰ ਰਹੇ ਆ ਕਿ ਜਦੋਂ ਇੰਟਰਸਟ ਰੇਟ ਵੱਧਦਾ ਮਹਿੰਗਾਈ ਘਟ ਜਾਂਦੀ ਆ, ਹਾਂਜੀ, ਚੀਜ਼ਾਂ ਸਸਤੀਆਂ ਹੋ ਸਕਦੀਆਂ, ਇਹਦਾ ਕੋਈ ਸਿੱਧਾ ਅਸਰ ਵੀ ਪੈਂਦਾ? ਹਾਂਜੀ ਪੈਂਦਾ, ਉਸ ਚੀਜ਼ 'ਤੇ ਪੈਂਦਾ। ਇਨਫਲੇਸ਼ਨ ਜਿਹੜੀ ਆਪਾਂ ਗੱਲ ਕੀਤੀ, ਇਨਫਲੇਸ਼ਨ ਨੂੰ ਕੰਟਰੋਲ ਕਰਨੇ। ਹੁਣ ਤਾਂ ਇਨਫਲੇਸ਼ਨ ਦੇ ਕਈ ਹੋਰ ਰੀਜਨ ਵੀ ਨੇ ਜਿਹੜੇ ਹੁਣ 5.1 ਹੋਈ ਹੈ ਨਾ। ਹੁਣ ਜਿਵੇਂ ਯੂਕਰੇਨ ਦਾ, ਰਸ਼ੀਆ ਦਾ ਜਿਹੜਾ ਉਹ ਹੈਗਾ, ਉਹਦੇ ਕਰਕੇ ਆਇਲ ਸੈਕਟਰ ਦੇਖੋ ਹੁਣ ਆਪਣੇ ਗੈਸ ਕਿੱਥੇ ਤੱਕ ਪਹੁੰਚ ਗਈ, 190 ਤੱਕ ਪਹੁੰਚ ਗਈ ਹੈ ਨਾ। ਸੋ ਉਹ ਵੀ ਇੱਕ ਮੇਜਰ ਫੈਕਟਰ ਸੀ। ਪਰ ਉਹ ਤੇ ਮਤਲਬ ਕਿ ਇਹ ਕਹਿ ਸਕਦੇ ਹਾਂ ਕਿ ਪਹਿਲਾਂ ਉਹ ਟਰੱਕਰਸ ਦੀ ਸਟ੍ਰਾਈਕ ਹੋਣ ਕਰਕੇ ਆਪਣੀਆਂ ਜਿਹੜੀਆਂ ਰੋਜ਼ਮਰਾ ਦੀ ਲਾਈਫ ਦੀਆਂ ਜਿਹੜੀਆਂ ਵੈਜੀਟੇਬਲਸ ਲਾ ਲਓ ਜਾਂ ਗਰੋਸਰੀਜ਼ ਲਾ ਲਓ, ਉਹਨਾਂ ਦੀ ਪ੍ਰਾਈਸਿਸ ਹਾਈ ਹੋ ਗਈਆਂ। ਕਾਫੀ ਫੈਕਟਰਸ ਹੁੰਦੇ ਨੇ ਉਹਨੂੰ ਕੰਟਰੋਲ ਕਰਨ ਦੇ ਲਈ। ਤੇ ਜਿੱਦਾਂ ਬਾਕੀ ਚੀਜ਼ਾਂ ਸਸਤੀਆਂ ਹੋਣ ਦੀ ਗੱਲ ਹੁੰਦੀ, ਘਰ ਸਸਤੇ ਹੋਣਗੇ ਇਹਦੇ ਨਾਲ ਕੁਛ? ਦੇਖੋ, ਮੌਰਗੇਜ ਕੁਆਲੀਫਿਕੇਸ਼ਨ ਸੇਮ ਹੈ। ਜੋ ਸਟ੍ਰੈਸ ਟੈਸਟ ਸੀ 5.25, ਉਹ ਉਸੇ ਬੇਸ 'ਤੇ ਜਿਹੜੀਆਂ ਬੈਂਕਸ ਕਰਦੀਆਂ ਨੇ, ਹੈ ਨਾ। ਹੁਣ ਡਿਪੈਂਡ ਕਰਦਾ ਹੈ ਕਿ ਕਿਉਂਕਿ ਜਦੋਂ ਪ੍ਰਾਈਸਿਸ ਵੱਧ ਜਾਂਦੀਆਂ ਨੇ ਤਾਂ ਮੌਰਗੇਜ ਦੇ ਰੇਟਸ ਵੱਧ ਜਾਂਦੇ ਨੇ। ਜਦੋਂ ਬੈਂਕ ਆਫ ਕੈਨੇਡਾ ਨੇ ਰੇਟ ਵਧਾ ਦਿੱਤਾ, ਜਿੰਨੀਆਂ ਵੇਰੀਏਬਲ ਮੌਰਗੇਜਸ ਨੇ ਉਹਨਾਂ 'ਤੇ ਫਰਕ ਪੈ ਗਿਆ। ਜਿੱਥੇ ਪਹਿਲਾਂ ਵਿਆਜ ਘੱਟ ਜਾਂਦਾ ਸੀ ਇੰਸਟਾਲਮੈਂਟ ਤੋਂ, ਉੱਥੇ ਇੰਟਰਸਟ ਤੁਹਾਡਾ ਜ਼ਿਆਦਾ ਜਾਣ ਲੱਗ ਜਾਏਗਾ, ਠੀਕ ਹੈ। ਉਹਦੇ ਨਾਲ ਫਰਕ ਜ਼ਰੂਰ ਪਏਗਾ, ਪਰ ਇਹ ਡਿਪੈਂਡ ਕਰਦਾ ਮਾਰਕੀਟ ਕਿੰਨੀ ਕੁ ਡਿਮਾਂਡ ਹੈ ਅਤੇ ਕਿੰਨੀ ਕੁ ਸਪਲਾਈ ਆ, ਠੀਕ ਹੈ ਜੀ। ਜੇ ਡਿਮਾਂਡ ਜ਼ਿਆਦਾ ਹੈਗੀ, ਸਪਲਾਈ ਘੱਟ ਹੈਗੀ ਆ, ਤਾਂ ਓਬੀਅਸਲੀ ਹਾਂ ਇੰਨਾ ਜ਼ਰੂਰ ਹੈ ਵੀ ਆਵਲ ਸੇ ਕਿ ਕੁਛ ਨਾ ਕੁਛ ਜ਼ਰੂਰ ਫਰਕ ਪਏਗਾ ਹੀ ਪਏਗਾ। ਤੇ ਇਹ ਜੇ ਜਿੱਦਾਂ ਕਿ ਹੁਣ ਗੱਲਾਂ ਕੀਤੀਆਂ ਜਾ ਰਹੀਆਂ, ਲਗਾਤਾਰ ਹੀ ਵਿਆਜ ਵੱਧਦੇ ਰਹੇ ਆ, ਲੰਬੇ ਸਮੇਂ 'ਚ ਕੀ ਅਸਰ ਪਊਗਾ ਘਰਾਂ ਦੀ ਮਾਰਕੀਟ 'ਤੇ? ਦੇਖੋ, ਜੇ ਹੁਣ ਜਿਵੇਂ ਪਹਿਲਾਂ ਬੈਂਕ ਆਫ ਕੈਨੇਡਾ ਨੇ ਐਕਸਪੈਕਟੇਸ਼ਨਸ ਜਿਹੜੀਆਂ ਇਸ ਸਾਲ ਦੀਆਂ ਦਿੱਤੀਆਂ ਸੀ, ਇਹ ਸੀ ਕਿ ਅਸੀਂ 1.5 ਤੱਕ ਵਧਾਵਾਂਗੇ। ਸੋ ਇਹ ਪਹਿਲਾ ਸਟੈਪ ਹੈ ਕਿ 0.25 ਇਨਕਰੀਜ਼ ਕੀਤਾ। ਹੁਣ ਇਹ ਡਿਪੈਂਡ ਕਰਦਾ, ਉਹਨਾਂ ਨੇ ਇਕੋਨਮੀ ਨੂੰ ਵਾਚ ਕਰਨਾ ਕਿ ਇਹਦੀ ਰਿਐਕਸ਼ਨ ਕੀ ਹੋਈ ਆ ਇਸ ਚੀਜ਼ ਵਧਣ ਦੇ ਨਾਲ, ਠੀਕ ਹੈ। ਕਿੰਨੀ ਕੁ ਮਾਰਕੀਟ ਦੇ ਵਿੱਚ ਤੇਜ਼ੀ ਹਜੇ ਬਰਕਰਾਰ ਹੈਗੀ ਆ, ਇਨਫਲੇਸ਼ਨ 'ਤੇ ਕੰਟਰੋਲ ਹੋਇਆ ਜਾਂ ਨਹੀਂ। ਜੇ ਨਹੀਂ ਹੋਊਗਾ ਤਾਂ ਦੈਨ ਫਿਰ ਉਹ ਥੋੜ੍ਹਾ ਹੋਰ ਵਧਾਉਣਗੇ, ਠੀਕ ਹੈ ਜੀ। ਅਤੇ ਇਹ ਡਿਪੈਂਡ ਕਰਦਾ, ਉਹਨਾਂ ਦੀ ਪ੍ਰੋਡਕਸ਼ਨ ਇਹ ਸੀ ਕਿ ਅਸੀਂ 1.5% ਰੇਟ ਹੈ ਜਿਹੜਾ ਅਪ ਕਰਨਾ ਇਨ 2022। ਜੇ 2022 ਦੇ ਵਿੱਚ 1.5% ਵੱਧ ਜਾਂਦਾ, ਇਹਦੇ ਨਾਲ ਫਿਰ ਮੌਰਗੇਜ ਲਈ ਕੁਆਲੀਫਾਈ ਕਰਨ ਦੇ ਵਿੱਚ ਕੁਝ ਤਬਦੀਲੀ ਆਉਂਦੀ ਵੀ ਬੰਦੇ ਨੂੰ ਮੌਰਗੇਜ ਔਖੀ ਮਿਲੂਗੀ ਜਾਂ ਸੌਖੀ ਮਿਲੂਗੀ, ਉਹਦੇ 'ਤੇ ਕੋਈ ਅਸਰ ਹੁੰਦਾ ਜਾਂ ਨਹੀਂ? ਦੇਖੋ, ਉਹ ਔਸਫੀ ਨੇ ਡਿਸਾਈਡ ਕਰਨਾ ਕਿ ਤੁਸੀਂ ਸਟ੍ਰੈਸ ਟੈਸਟ ਜੀ 'ਤੇ ਕੁਆਲੀਫਾਈ ਕਰਨਾ, ਕਿ ਉਹਨੂੰ ਵੀ ਇਨਕਰੀਜ਼ ਕਰ ਦਿਓ। ਉਹ ਹਜੇ ਫਿਲਹਾਲ ਐਜ਼ ਇਟ ਇਜ਼ ਹੀ ਆ। ਹਾਂ, ਪਰ ਐਕਚੁਅਲ 'ਚ ਜਦੋਂ ਪੇਮੈਂਟ ਕਰਨੀ ਆ, ਉਹ ਮੌਰਗੇਜਸ 'ਤੇ ਅਸਰ ਪੈਣਾ। ਜਿੰਨੀਆਂ ਵੀ ਵੇਰੀਏਬਲ, ਚਾਹੇ ਓਪਨ ਨੇ ਚਾਹੇ ਵੇਰੀਏਬਲ ਕਲੋਜ਼ਡ ਮੌਰਗੇਜਸ ਨੇ, ਉਹਨਾਂ 'ਤੇ ਤੁਹਾਡੇ ਪਾਕਟ ਦੇ ਵਿੱਚੋਂ ਪੈਸਾ ਜ਼ਿਆਦਾ ਜਾਣ ਲੱਗ ਜਾਊਗਾ। ਹੁਣ ਸਪੋਜ਼, ਅਤੇ ਫਿਰ ਜਦੋਂ ਉਹਨੂੰ ਕੁਆਲੀਫਾਈ ਕਰਨਾ, ਜੇ ਤੁਸੀਂ ਐਕਸਟਰਾ ਪ੍ਰੋਪਰਟੀ ਲੈਣੀ ਆ, ਕੋਈ ਹੋਰ ਪ੍ਰੋਪਰਟੀ ਲੈਣੀ ਆ, ਤਾਂ ਉਹਦੀ ਪੇਮੈਂਟ ਨੇ ਅਸਰ ਪੈ ਜਾਣਾ ਉਹਦੇ 'ਤੇ ਰੇਟ ਵਧਣ ਦੇ ਕਰਕੇ। ਫਿਰ ਹੋ ਸਕਦਾ ਤੁਹਾਨੂੰ ਇਨਡਾਇਰੈਕਟਲੀ ਉਹਦੀ ਕੁਆਲੀਫਿਕੇਸ਼ਨ 'ਤੇ ਅਸਰ ਪਵੇ ਉਹਦਾ। ਲੋਕਾਂ ਨੂੰ ਇੱਕ ਹੋਰ ਕਨਫਿਊਜ਼ਨ ਆ ਕਿ ਜਿਹੜੀ ਇੱਕ ਓਪਨ, ਵੇਰੀਏਬਲ ਜਾਂ ਫਿਕਸਡ ਮੌਰਗੇਜ ਆ, ਕਿ ਇਹਦੇ 'ਚ ਕੁਛ ਲੋਕਾਂ ਨੂੰ ਫਰਕ ਪਊਗਾ। ਥੋੜ੍ਹਾ ਜਿਹਾ ਸਾਨੂੰ ਇਹ ਦੱਸਿਓ ਕਿ ਇਹ ਜਿਹੜੀਆਂ ਵੱਖ-ਵੱਖ ਮੌਰਗੇਜਸ ਬੰਦਾ ਲੈਂਦਾ, ਇਹਦਾ ਫਰਕ ਕੀ ਹੁੰਦਾ ਆ। ਅਤੇ ਹੁਣ ਲੋਕ ਇਹ ਵੀ ਗੱਲ ਕਰ ਰਹੇ ਆ ਕਿ ਜਿਹੜੀ ਓਪਨ ਜਿਹਨਾਂ ਦੀ ਹੈਗੀ ਆ, ਜਿਹਨਾਂ ਦੀ ਵੇਰੀਏਬਲ ਆ, ਉਹਨੂੰ ਫਿਕਸ ਕਰਵਾ ਲੈਣਾ ਚਾਹੀਦਾ ਇਹ ਤੋਂ ਪਹਿਲਾਂ ਕਿ 1.5% ਵੱਧ ਜਾਵੇ। ਥੋੜ੍ਹਾ ਜਿਹਾ ਇਹ ਕਿਹੜੀਆਂ ਮੌਰਗੇਜਸ ਨੇ ਅਤੇ ਕੀ ਉਹਨਾਂ ਨੂੰ ਫਿਕਸਡ ਕਰਵਾ ਲੈਣੀ ਚਾਹੀਦੀ ਹੁੰਦੀ ਹੈ? ਦੇਖੋ, ਜਿੰਨੀਆਂ ਵੀ ਵੇਰੀਏਬਲ ਮੌਰਗੇਜਸ ਨੇ, ਉਹ ਵੇਰੀਏਬਲ ਸ਼ਬਦ ਤੋਂ ਹੀ ਪਤਾ ਲੱਗਦਾ ਕਿ ਇਹ ਪ੍ਰਾਈਮ ਦੇ ਨਾਲ ਘਟਦੇ ਵੱਧਦੇ ਰਹਿਣਗੇ। ਜਿਵੇਂ ਬੈਂਕ ਆਫ ਕੈਨੇਡਾ ਨੇ ਪ੍ਰਾਈਮ ਅਪ ਕੀਤਾ, ਅਕੋਰਡਿੰਗਲੀ ਬੈਂਕ ਰੇਟ ਅਪ ਕੀਤਾ, ਤਾਂ ਅਕੋਰਡਿੰਗਲੀ ਬੈਂਕ ਆਪਣਾ ਪ੍ਰਾਈਮ ਰੇਟ ਵਧਾ ਦਿੰਦੇ ਨੇ। ਸੋ ਕਿਉਂਕਿ ਉਹ ਪ੍ਰਾਈਮ ਦੇ ਨਾਲ ਲਿੰਕ ਨੇ, ਜਾਂ ਉਹ ਮਾਈਨਸ ਪ੍ਰੋਡਕਟ ਹੁੰਦਾ ਜਾਂ ਪਲੱਸ ਪ੍ਰੋਡਕਟ ਹੁੰਦਾ। ਸੋ ਜਦੋਂ ਪ੍ਰਾਈਮ ਵੱਧ ਗਿਆ ਤਾਂ ਆਟੋਮੈਟਿਕਲੀ ਵੱਧ ਜਾਣਾ, ਜੇ ਪ੍ਰਾਈਮ ਘਟ ਗਿਆ ਤਾਂ ਆਟੋਮੈਟਿਕਲੀ ਉਹਨਾਂ ਦਾ ਰੇਟ ਘਟ ਜਾਣਾ। ਜਿਹੜੇ ਫਿਕਸ ਮੌਰਗੇਜਸ ਹੁੰਦੇ ਨੇ, ਉਹ ਇੱਕ ਟਰਮ ਦੇ ਲਈ ਹੁੰਦੀਆਂ ਨੇ। ਜਿਵੇਂ ਹੁਣ ਸਪੋਜ਼ 3 ਸਾਲ ਦੀ ਜਾਂ 5 ਸਾਲ ਦੀ ਮੌਰਗੇਜ ਤੁਸੀਂ ਫਿਕਸ ਲੈ ਲਈ, ਅੱਜ ਤੁਸੀਂ ਸਪੋਜ਼ 2.59, 2.69, 2.79 'ਤੇ ਲੈ ਲਈ ਮੌਰਗੇਜ, ਤਾਂ ਉਹ ਕੱਲ੍ਹ ਨੂੰ ਪ੍ਰਾਈਮ ਵਧੇ ਜਾਂ ਘਟੇ, ਤੁਸੀਂ ਉਹੀ ਰੇਟ ਪੇ ਕਰਨਾ ਜਿਹੜੇ ਫਿਕਸ ਮੌਰਗੇਜਸ ਹੁੰਦੀਆਂ ਨੇ। ਹਾਂ, ਜਦੋਂ ਤੁਸੀਂ ਵੇਰੀਏਬਲ ਤੋਂ ਉਹਨੂੰ ਕਨਵਰਟ ਕਰਨਾ ਫਿਕਸ ਦੇ ਵਿੱਚ, ਪਹਿਲਾ ਤਾਂ ਕੰਮ ਤਾਂ ਇਹ ਹੈਗਾ ਕਿ ਜੇ ਉਹ ਵੇਰੀਏਬਲ ਓਪਨ ਹੈ, ਫਿਰ ਉਹਦੇ 'ਤੇ ਕੋਈ ਚਾਰਜਸ ਨਹੀਂ ਹੁੰਦੇ। ਜੇ ਉਹ ਵੇਰੀਏਬਲ ਕਲੋਜ਼ਡ ਆ, ਦੈਨ ਬੈਂਕਸ ਦੀ ਪੋਲਿਸੀ ਹੈਗੀ ਆ, ਡਿਫਰੈਂਟ ਬੈਂਕਸ ਦੀ ਡਿਫਰੈਂਟ ਕ੍ਰਾਈਟੀਰੀਆ ਹੈਗਾ, ਤਾਂ ਤੁਹਾਨੂੰ ਹੋ ਸਕਦਾ 3 ਮੰਥ ਇੰਟਰਸਟ ਪੇ ਕਰਕੇ ਉਹਨੂੰ ਫਿਕਸ ਦੇ ਵਿੱਚ ਜਾਣਾ ਪਵੇ। ਇਹ ਮਤਲਬ ਇੰਨੀ ਸਿੱਧੀ ਗੱਲ ਨਹੀਂ ਹੈ ਵੀ ਜਿਹਦੀ ਵੀ ਵੇਰੀਏਬਲ ਹੈਗੀ ਆ ਉਹ ਫਿਕਸ ਕਰਵਾ ਲਓ ਕਿਉਂਕਿ ਵੱਧ ਜਾਣੇ ਆ ਰੇਟ।
ਯੈਸ ਕਰ ਸਕਦੇ ਹੋ, ਇਹ ਤੁਹਾਡੇ ਤੇ ਡਿਪੈਂਡ ਕਰਦਾ, ਕਰ ਸਕਦੇ ਹੋ ਤੁਸੀਂ ਆਪਦੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਨਾਲ ਗੱਲ ਕਰਕੇ ਐਂਡ ਪੂਰਾ ਆਪਦਾ ਐਨਾਲਿਸਿਸ ਕਰੋ, ਫਾਈਨੈਂਸ਼ੀਅਲ ਕੀ ਹੈਗੀ ਆ ਤੁਹਾਡੀ ਸਿਚੁਏਸ਼ਨ ਰਾਈਟ ਨਾਓ, ਸਾਰਾ ਕੁਝ ਫੈਕਟ ਕਰਕੇ ਤੁਸੀਂ ਕਰ ਸਕਦੇ ਹੋ। ਇਟਸ ਨਾਟ ਲਾਈਕ ਯੂ ਕਾਂਟ, ਯੂ ਕੈਨ, ਬਟ ਦੇयर ਆਰ ਸਮ ਚਾਰजेस ਵਗੈਰਾ ਜੋ ਵੀ ਹੁੰਦੇ। ਮਿਹਰਬਾਨੀ ਸਿੰਘ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ। ਦੋਸਤੋ, ਇਹ ਬਹੁਤ ਹੀ ਮਹੱਤਵਪੂਰਨ ਵਿਸ਼ਾ ਆ ਇਸ ਵੇਲੇ ਇੰਟਰਸਟ ਰੇਟ ਦਾ ਵਧਣਾ ਅਤੇ ਖਾਸ ਕਰ ਲੋਕਾਂ ਦੀ ਮੌਰਗੇਜ ਦੇ ਉੱਤੇ ਅਸਰ ਪੈਣਾ। ਆਪਣੇ ਜੀਵਨ ਦੇ ਵਿੱਚ ਕਈ ਵਾਰੀ ਵਿਅਕਤੀ ਸਭ ਤੋਂ ਵੱਡੀ ਟ੍ਰਾਂਜੈਕਸ਼ਨ ਘਰ ਦੀ ਜੋ ਹੀ ਕਰਦਾ ਆ ਅਤੇ ਉਹਦੀ ਸਭ ਤੋਂ ਵੱਡੀ ਦੇਣ ਜਿਹੜੀ ਉਹਨੇ ਦੇਣਦਾਰੀ ਹੁੰਦੀ ਆ ਉਹਦੀ ਮੌਰਗੇਜ ਹੁੰਦੀ ਆ। ਇਹਨੂੰ ਕੀ ਫਰਕ ਪੈ ਸਕਦਾ, ਵੇਰੀਏਬਲ, ਫਿਕਸਡ, ਇਹਦਾ ਕੀ ਹਿਸਾਬ ਹੁੰਦਾ ਅਤੇ ਕੀ ਕਰਨਾ ਚਾਹੀਦਾ, ਤੁਸੀਂ ਇਹਦੇ ਬਾਰੇ ਜ਼ਰੂਰ ਪਤਾ ਕਰੋ। ਖਾਲਸਾ ਕ੍ਰੈਡਿਟ ਯੂਨੀਅਨ ਦੇ ਵਿੱਚ ਆ ਕੇ ਕਿਸੇ ਵੇਲੇ ਵੀ ਤੁਸੀਂ ਇਹ ਜਾਣਕਾਰੀ ਲੈ ਸਕਦੇ ਹੋ। ਕੈਮਰਾਮੈਨ ਅਮਿਤ ਪਨੇਸਰ ਨਾਲ ਜਸਕਰਨ, ਚੈਨਲ ਪੰਜਾਬੀ, ਸਰੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।